ਸੈਸ਼ਨ ਦੇ ਵਿੱਚ ਅਸੀਂ ਪੰਜਾਬੀ ਦੀਆਂ ਕੁਝ ਮਿੰਨੀ ਕਹਾਣੀਆਂ ਦਾ ਵੀ ਪਾਠ ਕਰਵਾ ਰਹੇ ਹਾਂ ਤਾਂ ਕਿ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਨੂੰ ਅਸੀਂ ਕੁਝ ਸਮਾਂ ਪਹਿਲਾਂ ਸਮਾਪਤ ਕਰ ਸਕੀਏ, ਕਿਉਂਕਿ ਪੂਰੀ ਸਥਿਤੀ ਬਾਰੇ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੀ ਹੋ। ਕੱਲ੍ਹ ਰਾਤ ਵੀ ਡਾਕਟਰ ਸਾਹਿਬ ਨੂੰ ਪ੍ਰੋਬਲਮ ਹੋ ਗਈ ਸੀ, ਉਹਨਾਂ ਨੂੰ ਐਡਮਿਟ ਕਰਵਾਉਣਾ ਪਿਆ ਹਸਪੀਟਲ ਦੇ ਵਿੱਚ। ਅਸੀਂ ਥੋੜ੍ਹਾ ਜਿਹਾ ਉੱਧਰ ਵੀ ਜਾਣਾ ਹੈਗਾ, ਇਸ ਕਰਕੇ ਕੁਝ ਸਮੇਂ ਨੂੰ ਆਪਾਂ ਸਮੇਂ ਦੀ ਬੱਚਤ ਕਰਨੀ ਹੈ। ਇਸ ਕਰਕੇ ਕੁਝ ਮਿੰਨੀ ਕਹਾਣੀਆਂ ਜੋ ਪੰਜਾਬੀ ਦੇ ਸੈਸ਼ਨ 'ਚ ਪੜ੍ਹੀਆਂ ਜਾਣੀਆਂ ਸੀਆਂ ਉਹ ਅਸੀਂ ਇਸ ਸੈਸ਼ਨ ਦੇ ਵਿੱਚ ਵੀ ਪੜ੍ਹਾ ਰਹੇ ਹਾਂ। ਤਾਂ ਮੈਂ ਸਭ ਤੋਂ ਪਹਿਲਾਂ ਪਰਮਜੀਤ ਕੌਰ ਆਏ ਹੋਏ ਨੇ ਸਾਡੇ ਕੋਲ, ਉਹਨਾਂ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਇਸ ਤੋਂ ਬਾਅਦ ਮੈਡਮ ਗੁਰਪ੍ਰੀਤ ਕੌਰ ਤਿਆਰ ਰਹਿਣ। ਸਾਡੀ ਅੱਜ ਕੱਲ੍ਹ ਦੇ ਸਿਸਟਮ ਤੇ ਬੇਰੁਜ਼ਗਾਰੀ ਦੇ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਲਈ ਮਜਬੂਰ ਹੋ ਗਏ ਹਾਂ, ਕਿਉਂਕਿ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਚਾਹੁੰਦੇ ਹਾਂ। ਪਰ ਜਿਹੜੇ ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਹੋਇਆ ਤੇ ਉਹ ਇੱਥੇ ਰਹਿ ਰਹੇ ਨੇ, ਉਹਨਾਂ ਦੇ ਮਨੋਭਾਵ ਕੀ ਨੇ, ਉਹਨਾਂ ਦੇ ਅੰਦਰ ਕੀ ਡਰ ਪੈਦਾ ਹੋ ਰਹੇ ਨੇ ਆਉਣ ਵਾਲੇ ਸਮੇਂ 'ਚ। ਇਸੇ ਤਰ੍ਹਾਂ ਦੀ ਪ੍ਰਾਪਤੀ ਹੈ ਮੇਰੀ ਕਹਾਣੀ ਵੀਡੀਓ ਕਾਲ। ਵਧਾਈਆਂ ਹਰਨਾਮ ਕੁੜੇ, ਸੁੱਖ ਨਾਲ ਦੂਜੇ ਪੋਤੇ ਦੀ ਦਾਦੀ ਬਣ ਗਈ, ਰੰਗ ਲੱਗ ਗਿਆ, ਲਗਾ ਫਿਰ ਵੀਡੀਓ ਕਾਲ, ਮੈਂ ਵੀ ਦੇਖ ਲਵਾਂ ਪੋਤਾ। ਹਰਨਾਮ ਕੌਰ ਦੇ ਗੁਆਂਢਣ ਨੇ ਅੰਦਰ ਵੜਦੇ ਹੀ ਕਿਹਾ, ਜਿਹੜੀ ਕਿ ਹਰਨਾਮ ਕੌਰ ਦੇ ਪੋਤੇ ਦੀ ਨਿੰਮ ਬੰਨਣ ਦੀ ਰਸਮ ਤੇ ਆਈ ਸੀ। ਗੁਆਂਢਣਾਂ ਨੇ ਇਕੱਠੀਆਂ ਹੁੰਦੇ ਹੀ ਹਰਨਾਮ ਕੌਰ ਨੇ ਨਿੰਮ ਬੰਨਣ ਦੀ ਰਸਮ ਸ਼ੁਰੂ ਕੀਤੀ ਤੇ ਨਾਲ ਹੀ ਆਪਣੇ ਜੇਠ ਦੀ ਕੁੜੀ ਦੇ ਹੱਥ ਫੋਨ ਫੜਾ ਦਿੱਤਾ ਤੇ ਆਖਣ ਲੱਗੀ, ਫੜਦੀ ਏ ਮੋਬਾਈਲ, ਪਹਿਲਾਂ ਮੇਰੀ ਧੀ ਨੂੰ ਲਗਾ ਵੀਡੀਓ ਕਾਲ। ਭੂਆ ਉਹ ਆਖਰ ਵੀਡੀਓ ਕਾਲ ਤੇ ਹੀ ਹੱਥ ਲਗਾ ਦਿਓ ਨਿੰਮ ਨੂੰ ਤੇ ਫੇਰ ਲਗਾਈ ਮੇਰੇ ਪੁੱਤ ਨੂੰ, ਉਹ ਵੀ ਦੇਖ ਲਵੇ ਕਿ ਕਿਵੇਂ ਰੌਣਕਾਂ ਲੱਗੀਆਂ ਸਾਡੇ ਵਿਹੜੇ। ਨਾਲੇ ਸਾਰੀਆਂ ਗੁਆਂਢਣਾਂ ਨੂੰ ਪੋਤਾ ਦਿਖਾ ਮੇਰਾ, ਵੀਡੀਓ ਕਾਲ ਤੇ ਹੀ ਲੋਰੀਆਂ ਦੇ ਦੇਣਗੀਆਂ ਜਿਵੇਂ ਮੈਂ ਦਿੰਦੀ। ਹਰਨਾਮ ਕੌਰ ਨੇ ਖੁਸ਼ੀ ਖੁਸ਼ੀ ਸਾਰੀਆਂ ਰਸਮਾਂ ਕੀਤੀਆਂ ਤੇ ਵੀਡੀਓ ਕਾਲ ਨਾਲ ਆਪਣੇ ਧੀ ਤੇ ਪੁੱਤ ਜਿਹੜੇ ਕਿ ਵਿਦੇਸ਼ ਵਿੱਚ ਬੈਠੇ ਸੀ ਉਹਨਾਂ ਨਾਲ ਖੁਸ਼ੀ ਸਾਂਝੀ ਕੀਤੀ। ਨਿੰਮ ਮੰਨ ਕੇ ਸਾਰੇ ਆਪਣੇ ਆਪਣੇ ਘਰ ਗਏ ਕਿ ਹਰਨਾਮ ਕੌਰ ਦੇ ਵਿਹੜੇ ਇੱਕਦਮ ਚੁੱਪ ਪਸਰ ਗਈ। ਹਰਨਾਮ ਕੌਰ ਦਾ ਦਿਲ ਉਦਾਸ ਹੋ ਗਿਆ ਤੇ ਕੋਲ ਬੈਠੇ ਆਪਣੇ ਪਤੀ ਨੂੰ ਕਹਿਣ ਲੱਗੀ, ਸਰਦਾਰਾ, ਜਦ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਸਾਂਝਾ ਟੱਬਰ ਸੀ। ਰੱਬ ਨੇ 2 ਪੁੱਤ ਤੇ 1 ਧੀ ਦਿੱਤੀ। ਹੌਸਲੇ ਵਿੱਚ ਅਸੀਂ ਸਾਰਾ ਦਿਨ ਕੰਮ ਕਰਦੇ ਨਾ ਥੱਕਦੇ, ਵਿਹੜਾ ਭਰਿਆ ਰਹਿੰਦਾ ਸੀ ਰੌਣਕ ਨਾਲ। ਕਿੰਨਾ ਚਾਅ ਸੀ ਧੀ ਦੇ ਵਿਆਹ ਦਾ, ਪਰ ਆ ਚੰਦਰੇ ਵਿਦੇਸ਼ ਜਾਣ ਦੇ ਲਾਲਚ ਵਿੱਚ ਜਵਾਈ ਦੇ ਸਾਰੇ ਸਗਨ ਮੈਂ ਵੀਡੀਓ ਕਾਲ ਤੇ ਹੀ ਕੀਤੇ। ਮਕਾਨ ਬਣਾਉਣ ਵੇਲੇ ਖੁਸ਼ੀ ਵਿੱਚ ਅੱਡੀ ਨਹੀਂ ਲੱਗੀ ਮੇਰੀ ਕਿ ਮੇਰੇ ਪੋਤੇ ਪੋਤੀਆਂ ਇੱਥੇ ਰੌਣਕਾਂ ਲਵਾਉਣਗੇ, ਪਰ ਚੰਦਰੀਆਂ ਮਜਬੂਰੀਆਂ ਨੇ ਪੁੱਤ ਪਰਦੇਸੀ ਕਰਦੇ ਤੇ ਮੈਂ ਹਰ ਸਗਨ ਵੀਡੀਓ ਕਾਲ ਤੇ ਹੀ ਕਰਦੀ ਹਾਂ। ਮੇਰੀ ਗੋਦੀ ਮੈਨੂੰ ਸੱਖਣੀ ਲੱਗਦੀ ਕਿਉਂਕਿ ਵੀਡੀਓ ਕਾਲ ਤੇ ਮੈਂ ਬੱਚਿਆਂ ਨੂੰ ਲੋਰੀਆਂ ਤਾਂ ਦੇ ਦਿੰਦੀ ਹਾਂ, ਪਰ ਗੋਦੀ ਨਿੱਘ ਨਹੀਂ ਦੇ ਸਕਦੀ। ਹੁਣ ਜਿਵੇਂ ਜਿਵੇਂ ਆਪਾਂ ਉਮਰ ਵੱਲ ਵੱਧਦੇ ਹਾਂ ਤਾਂ ਚੰਦਰੇ ਭੈੜੇ ਭੈੜੇ ਖਿਆਲ ਅੱਖ ਨਹੀਂ ਲੱਗਣ ਦਿੰਦੇ। ਪਰ ਹਰਨਾਮ ਕੌਰ ਦੇ ਪਤੀ ਨੇ ਦਿਲਾਸਾ ਦਿੰਦਿਆਂ ਕਿਹਾ, ਕੀ ਕਮੀ ਦੱਸ ਤੈਨੂੰ, ਐਵੇਂ ਸਾਰਾ ਦਿਨ ਰੁੱਸਦੀ ਰਹਿੰਦੀ। ਸੁੱਖ ਨਾਲ ਪਿੰਡ ਵਿੱਚੋਂ ਸਭ ਤੋਂ ਵੱਡੀ ਕੋਠੀ ਦੀ ਮਾਲਕ ਹੈ, ਕਿੰਨੇ ਨੌਕਰ ਨੇ, ਸਾਰਾ ਦਿਨ ਮਹਾਰਾਣੀ ਬਣ ਕੇ ਬੈਠਦੀ ਆ, ਕੋਈ ਕਮੀ ਨਹੀਂ ਛੱਡੀ ਆਪਣੀ ਔਲਾਦ ਨੂੰ ਸੁੱਖ ਦੇਣ ਦੀ। ਹਰਨਾਮ ਕੌਰ ਨੇ ਸਾਰੇ ਘਰ ਵਿੱਚ ਨਜ਼ਰ ਘੁਮਾਈ ਤੇ ਕਿਹਾ, ਸਹੀ ਹੈ ਸਰਦਾਰਾ, ਕੋਈ ਕਮੀ ਨਹੀਂ ਮੇਰੇ ਕੋਲ ਕਿਸੇ ਚੀਜ਼ ਦੀ, ਪਰ ਮੈਨੂੰ ਡਰ ਲੱਗਦਾ ਕਿ ਮੈਂ ਜਿਉਂਦੇ ਹੋਏ ਸਾਰੀਆਂ ਰਸਮਾਂ ਤਾਂ ਵੀਡੀਓ ਕਾਲ ਨਾਲ ਕਰਦੀਆਂ, ਪਰ ਮੇਰੇ ਆਖਰੀ ਸਮੇਂ ਵੀਡੀਓ ਕਾਲ ਨਾਲ ਸਾਡੇ ਮੂੰਹ ਵਿੱਚ ਪਾਣੀ ਕਿਵੇਂ ਪਊ, ਤੇ ਮੈਨੂੰ ਡਰ ਲੱਗਦਾ ਕਿਤੇ ਸਾਡੀਆਂ ਆਖਰੀ ਰਸਮਾਂ ਵੀ ਕਿਤੇ ਵੀਡੀਓ ਕਾਲ ਤੇ ਤਾਂ ਨਹੀਂ ਹੋ ਜਾਣਗੀਆਂ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਮੈਡਮ ਗੁਰਪ੍ਰੀਤ ਕੌਰ ਜੀ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨਗੇ, ਇਹਨਾਂ ਤੋਂ ਬਾਅਦ ਸੁਦਰਸ਼ਨ ਕਰਕੇ ਜਿੱਤਿਆ ਹੈ। ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਮੇਰੀ ਅੱਜ ਦੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਝੰਡੇ ਵਾਲੀ ਬਾਂਹ। ਕਾਲੇ ਕਾਨੂੰਨ ਰੱਦ ਕਰੋ, ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਲਾਉਂਦਿਆਂ ਅਸੀਆਂ ਨੂੰ ਧੁੱਕੇ ਜਰਨੈਲ ਸਿਓ ਨੂੰ ਹੱਥੋਂ ਛਿੜ ਗਿਆ, ਪਰ ਜੋਸ਼ ਰਤਾ ਨਾ ਘਟਿਆ। ਕਿਸਾਨੀ ਅੰਦੋਲਨ ਦਾ ਝੰਡਾ ਚੁੱਕੀ ਜਰਨੈਲ ਸਿਓ ਆਪਣੇ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਬਿਲਕੁਲ ਉਵੇਂ ਡਟਿਆ ਹੋਇਆ ਸੀ ਜਿਵੇਂ ਦੁਸ਼ਮਣਾਂ ਦੇ ਮੋਰਚੇ ਦੇ ਵਿਰੁੱਧ ਡਟਦਾ ਸੀ। ਸਾਬਕਾ ਫੌਜੀ ਸੀ ਜਰਨੈਲ ਸਿਓ। ਰਿਟਾਇਰ ਤੋਂ ਪਿੰਡ ਆ ਖੇਤੀਬਾੜੀ ਕਰਨ ਲੱਗਿਆ, ਪਰ ਸਮੇਂ ਦੀਆਂ ਲੁੱਟ ਸਰਕਾਰਾਂ ਨੇ ਜਰਨੈਲ ਸਿਓ ਦੇ ਲੱਖਾਂ ਕਿਸਾਨਾਂ ਨੂੰ ਘਰ-ਬਾਰ ਛੱਡ ਸੜਕਾਂ ਤੇ ਧਰਨੇ ਲਾਉਣ ਲਈ ਮਜਬੂਰ ਕਰ ਦਿੱਤਾ। ਮੋਰਚੇ 'ਚ ਸ਼ਾਮਲ ਨਿੱਕੇ ਨਿੱਕੇ ਜਵਾਕਾਂ ਨੂੰ ਦੇਖ
ਜਰਨੈਲ ਸਿੰਘ ਨੂੰ ਆਪਣਾ ਬਚਪਨ ਯਾਦ ਆਉਣ ਲੱਗਾ। ਬਾਪੂ ਦੇ ਕੰਧਾੜੇ ਚੜ ਖੇਤਾਂ ਨੂੰ ਜਾਣਾ, ਬਲਦ, ਹਲ, ਪੰਛਾਲੀ, ਮੁੰਨੀ, ਤਰਪਾਲੀ, ਦੇਸੀ ਖਾਦਾਂ ਸਭ ਉਹਦੇ ਚੇਤਿਆਂ 'ਚ ਘੁੰਮ ਜਾਣਾ। ਕਿਵੇਂ ਸਰਕਾਰਾਂ ਨੇ ਹਰੀ ਕ੍ਰਾਂਤੀ ਦਾ ਹੋਕਾ ਦੇ ਕੇਰਾਂ ਤਾਂ ਕਿਸਾਨਾਂ ਨੂੰ ਮੁਨਾਫਿਆਂ ਦੇ ਅੰਬਰਾਂ ਤੇ ਚਾੜਤਾ, ਪਰ ਹੌਲੀ ਹੌਲੀ ਹਰੇ ਇਨਕਲਾਬ ਦੇ ਅਸੰਤੁਲਿਤ ਵਿਕਾਸ ਦੇ ਅਸਾਵੇਂਪਣ ਸਦਕਾ ਕਿਸਾਨੀ ਅੰਤਰ ਵਿਰੋਧਾਂ ਦਾ ਸ਼ਿਕਾਰ ਹੋ ਗਈ ਤੇ ਮੁਨਾਫੇ ਮੰਡੀਕਰਨ ਦੀ ਭੇਟ ਚੜ੍ਹ ਗਈ। ਕਿਸਾਨੀਆਂ ਖੁਦਕੁਸ਼ੀਆਂ ਦੇ ਰਾਹ ਤੁਰ ਪਈਆਂ ਤੇ ਜਵਾਨੀਆਂ ਨਸ਼ਿਆਂ ਦੇ। ਜਰਨੈਲ ਸਿੰਘ ਦੇ ਵੀ ਹਾਲਾਤ ਮਾੜੇ ਹੋ ਗਏ। ਇੱਕ ਦਿਨ ਜਰਨੈਲ ਸਿੰਘ ਦਾ ਪੁੱਤ 2 ਕਿੱਲੇ ਜ਼ਮੀਨ ਗਹਿਣੇ ਧਾਰ ਘਰ ਤਾਂ ਮੁੜਾਇਆ, ਪਰ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ। ਖੇਤ ਗੇੜਾ ਮਾਰਨ ਵੀ ਨਾ ਜਾਂਦਾ। ਜਰਨੈਲ ਸਿੰਘ ਦੇ ਰੋਲਾ ਪਾਉਣ ਤੇ ਫਸਲਾਂ ਦੀ ਸਪਰੇਅ ਤਾਂ ਖਰੀਦ ਲਿਆਇਆ, ਪਰ ਚੰਦਰਾ ਉਸੇ ਸਪਰੇਅ ਨੂੰ ਵੀ ਜੀਵਨ ਲੀਲਾ ਮੁਕਾ ਗਿਆ। ਜਵਾਨ ਪੁੱਤ ਦੀ ਮੌਤ ਨੇ ਜਰਨੈਲ ਨੂੰ ਝੰਜੋੜ ਕੇ ਰੱਖ ਦਿੱਤਾ। ਉਸਨੂੰ ਸਮਝ ਨਾ ਆਉਂਦਾ ਕਿ ਉਹ ਕੀ ਕਰੇ, ਟੁੱਟੇ ਹੋਏ ਘਰ ਨੂੰ ਕਿੰਝ ਸਾਂਭੇ। ਕਦੇ ਕਦੇ ਤਾਂ ਉਹਦਾ ਵੀ ਜੀ ਕਰਦਾ ਕਿ ਉਹ ਵੀ ਆਪਣੇ ਪੁੱਤ ਵਾਂਗ। ਕਿਸੇ ਦੌਰਾਨ ਕਿਸਾਨ ਅੰਦੋਲਨ ਚੱਲ ਪਿਆ। ਜਰਨੈਲ ਸਿੰਘ ਨੂੰ ਜਿਉਣ ਦੀ ਇੱਕ ਆਸ ਨਜ਼ਰ ਆਉਣ ਲੱਗੀ। ਬਸ ਉਹ ਸੰਘਰਸ਼ ਦੇ ਮੈਦਾਨ 'ਚ ਘੁੱਟ ਪਿਆ। ਇੰਨੇ ਮਹੀਨਿਆਂ ਤੋਂ ਇੱਕ ਪਰਿਵਾਰ ਵਾਂਗ ਮੋਰਚੇ 'ਚ ਡਟੇ ਕਿਸਾਨ ਸਾਥੀਆਂ 'ਚੋਂ ਜਦ ਕੋਈ ਸ਼ਹੀਦ ਹੁੰਦਾ ਤਾਂ ਜਰਨੈਲ ਸਿੰਘ ਦੀਆਂ ਅੱਖਾਂ ਮੂਹਰੇ ਮੋਏ ਪੁੱਤ ਦਾ ਚਿਹਰਾ ਘੁੰਮਣ ਲੱਗਦਾ। ਬਦੋ ਬਦੀ ਮੋਰਚੇ 'ਚ ਬੈਠੀ ਬੀਬੀਆਂ ਵਿਚਾਲੇ ਬੈਠੀ ਤਖਤੀ ਤੇ ਕਿਸਾਨੀ ਸੰਘਰਸ਼ ਦੇ ਹੱਕ ਨਾਅਰੇ ਲਿਖਦੀ ਜਵਾਨ ਪੋਤੀ ਦੇ ਵਿਆਹ ਦੀ ਚਿੰਤਾ ਆ ਘੇਰਦੀ। ਪੋਤੇ ਲਾਡੀ ਦੇ ਬੋਲ ਕੰਨਾਂ 'ਚ ਗੂੰਜਣ ਲੱਗਦੇ। ਬਾਪੂ, ਆ ਖੇਤੀ ਕੋਤੀ 'ਚ ਹੁਣ ਕੁਝ ਨਹੀਂ ਬਚਦਾ। ਨਿੱਤ ਗੁਰਦਿੱਤ ਤੇ ਹੋਰਾਂ ਨਾਲ ਜ਼ਮੀਨ ਪਿੱਛੇ ਲੜਾਈਆਂ ਹੁੰਦੀਆਂ ਤੇਰੀਆਂ। ਤੂੰ ਦੂਜਿਆਂ ਨਾਲ ਦੁਸ਼ਮਣੀ ਨਿਭਾਈ ਜਾਈ, ਆਪਣੇ ਪੋਤੇ ਬਾਰੇ ਨਾ ਸੋਚੀ। ਮੇਰੇ ਪੋਤੇ ਦਾ ਤਾਂ ਆਪਣੀ ਮਿੱਟੀ ਨਾਲੋਂ ਮੋਹ ਟੁੱਟਦਾ ਲੱਗਦਾ ਮੈਨੂੰ। ਪਤਾ ਨਹੀਂ ਪਿੱਛੋਂ ਕਿਸੇ ਨੇ ਖੇਤ ਸਾਂਭੇ ਵੀ ਹੋਣੇ ਜਾਂ ਨਹੀਂ। ਜਰਨੈਲ ਸਿੰਘ ਬਸ ਕੋਕਾ ਲੈ ਕੇ ਬਹਿ ਜਾਂਦਾ। ਪਰ ਦੂਜੇ ਹੀ ਪਲ ਕਿਰਸਾਨੀ ਕਿਰਸਾਨ ਕਰੇ, ਲੋਚੇ ਜੋ ਲਾਏ, ਹਲ ਜੋਤੇ, ਉੱਤਮ ਕਰੇ, ਮੇਰਾ ਪੁੱਤੀ ਖਾਏ, ਬਾਣੀ ਦੀਆਂ ਤੁਕਾਂ ਆਪ ਮੁਹਾਰੇ ਉਹਦੇ ਮਨ ਅੰਦਰ ਚੱਲਣ ਲੱਗਦੀਆਂ ਤੇ ਹੱਕਾਂ ਖਾਤਰ ਜੂਝਣ ਦੀ ਦਲੇਰੀ ਦੇ ਭਾਂਬੜ ਮੱਛਣ ਲੱਗਦੇ। ਨਾਰਾ ਮੋਨੇ ਨੂੰ ਫਿਰ ਹੱਥੋਂ ਛਿੜਿਆ ਤਾਂ ਉਹੀ ਗੁਰਦਿੱਤ ਸਿੰਘ ਭੱਜ ਕੇ ਪਾਣੀ ਦਾ ਗਲਾਸ ਲਿਆਇਆ ਜਿਹਦੇ ਨਾਲ ਜਰਨੈਲ ਸਿੰਘ ਦਾ ਇੱਕ ਕੁੱਤੇ ਦਾ ਵੈਰ ਸੀ। ਗਲਾਸ ਫੜਾ ਉਹਦੀ ਧੂਣੀ ਥਾਪੜ ਬੋਲਿਆ, ਜਰਨੈਲ ਸਿੰਘ, ਤੂੰ ਪਿੱਛੇ ਦੀ ਫਿਕਰ ਛੱਡ ਦੇ। ਮੇਰੇ ਪੁੱਤ ਤੇ ਤੇਰੇ ਪੋਤੇ ਨੇ ਮਿਲ ਕੇ ਦੋਵਾਂ ਖੇਤਾਂ ਨੂੰ ਪਾਣੀ ਲਾਤਾ। ਨਾਲੇ ਤੇਰੇ ਲਾਡੀ ਨੇ ਤਾਂ ਕਮਾਲ ਕਰਤੀ। ਪੂਰੀ ਸੂਝ-ਬੂਝ ਨਾਲ ਨੌਜਵਾਨਾਂ ਦੇ ਜੱਥੇ ਬਣਾ ਪਿੰਡ ਦੇ ਮੋਰਚੇ ਲਈ ਵੱਖੋ-ਵੱਖ ਕੰਮਾਂ ਦੀਆਂ ਡਿਊਟੀਆਂ ਬੰਨ੍ਹਤੀਆਂ। ਆਖਣ ਦੀ ਤੇਰੇ ਲਾਡੀ ਨੇ ਵੀ ਆ ਜਾਣਾ ਆਪਣਾ ਜੱਥਾ ਲੈ ਕੇ। ਤੂੰ ਬਸ ਦੇਖੀ ਚੱਲ, ਸਾਡਾ ਸਭ ਦਾ ਏਕਾ ਤੇ ਨੌਜਵਾਨਾਂ ਦਾ ਜੋਸ਼ ਤੇ ਹੋਸ਼ ਸਰਕਾਰ ਦੀਆਂ ਗੋਡਨੀਆਂ ਲਵਾ ਕੇ ਛੱਡੂ। ਜਿੱਤ ਲੜਦੇ ਲੋਕਾਂ ਦੀ ਤੇ ਜਰਨੈਲ ਸਿੰਘ ਦੀ ਝੰਡੇ ਵਾਲੀ ਬਾਂਹ ਹੋਰ ਉੱਚੀ ਹੋ ਗਈ। ਧੰਨਵਾਦ। बहुत बहुत शुक्रिया मैडम गुरप्रीत जी, बहुत खूबसूरत मिनी कहानी। इस तो बाद प्रदर्शन करके जी अपनी मिनी कहानी लेके आएंगे। लेख है जी अद्धी ही सही। कई महीनों तो दिल्ली के बार्डर से किसानों का धरना चल रहा है। धरने में लेखक, कलाकार, खेत मजदूर, वकील आदि ਵੱਖ-ਵੱਖ वर्गों के लोग शामिल हो रहे हैं। पिंडों तो लगातार ट्रालियां भर भर लोग धरने विच जा रहे हैं। नौजवानों विच भी उत्साह बरकरार है। वो भी आपो अपने दोस्तों नाल सलाह मशवरे करते उत्थे हाजरी लवाउण बारे प्रोग्राम बनाउंदे हन। भिंदे ने दीपे नूं कहा, चल यार आपां भी दिल्ली बार्डर ते गेड़ा ला आईए। क्यों मोर कटाउणे ने बैठा नहीं जाता घरे टिक के? दीपे ने जवाब दिता। भिंदे ने दीपे ने फिर कहा, वो जट्टां दी इज्जत का सवाल है, वो मामा दे पुत नहीं जेड़े उत्थे बैठे हैं।
ਕੀ ਖੱਟ ਲਿਆ ਉਹਨਾਂ ਨੇ? ਸਰਕਾਰ ਦਸ ਤੋਂ ਮਸਲੀ ਹੋਈ ਨਾ ਹੋਵੇ, ਨਾ ਕਾਲਜ ਨੂੰ ਰੱਦ ਕਰੇ। ਦੁਖੀ ਮਨ ਨਾਲ ਦੀਪੇ ਨੇ ਕਿਹਾ, ਓਏ ਰੋਏ ਤੋਂ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਭਿੰਦੇ ਦਾ ਜੋਸ਼ ਬੋਲ ਰਿਹਾ ਸੀ, ਨਹੀਂ ਤਾਂ ਨਹੀਂ ਸਹੀ। ਦੀਪਾ ਦਾ ਹਥਿਆਰ ਚੁੱਕੀ ਬੈਠਾ ਸੀ। ਕੀ ਲੈ ਲਿਆ ਸਰਕਾਰ ਤੋਂ? ਇਹਰੂ ਮੇਰੂ ਤੇ ਜੀਤੇ ਨੇ। ਸਗੋਂ ਜ਼ਿੰਦਗੀ ਤੋਂ ਵੀ ਹੱਥ ਧੋ ਲਏ। ਪਿੱਛੇ ਘਰਦਿਆਂ ਦਾ ਬੁਰਾ ਹਾਲ ਹੈ। ਦੀਪੇ ਨੇ ਪਿੱਛੇ ਜਿਹੇ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਚੰਗਾ ਯਾਰ, ਤੇਰੇ ਨਾਲ ਕਿਹੜਾ ਮਗਜ ਖਪਾਈ ਕਰੇ, ਤੂੰ ਤਾਂ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦਾ। ਭਿੰਦੇ ਨੇ ਦੀਪੇ ਨੂੰ ਹੋਰ ਸਮਝਾਉਣਾ ਮੱਝ ਮੂਹਰੇ ਬੀਨ ਵਜਾਉਣਾ ਸਮਝ ਲਿਆ। ਮੈਂ ਤਾਂ ਕਿਉਂ ਨਹੀਂ ਪੈਰਾਂ 'ਤੇ ਪਾਣੀ ਪੈਣ ਦਿੰਦਾ? ਦੀਪੇ ਨੇ ਚਿੱਤਾ ਜਿਹਾ ਹੋ ਕੇ ਜਿਹਾ ਪੈਂਦਿਆਂ ਕਿਹਾ, ਯਾਰ ਆਪਾਂ ਤਾਂ ਪੂਰੀ ਨਾ ਸਹੀ ਅੱਧੀ ਖਾ ਕੇ ਗੁਜ਼ਾਰਾ ਕਰ ਲਾਂਗੇ। ਦੀਪੇ ਦੀ ਗੱਲ ਸੁਣ ਕੇ ਭਿੰਦਾ ਚੁੱਪ ਕਰ ਗਿਆ। ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਸੁਦਰਸ਼ਨ ਗਰਗ ਜੀ। ਇਹਨਾਂ ਤੋਂ ਬਾਅਦ ਮੈਡਮ ਸੀਮਾ ਵਰਮਾ ਜੀ ਆਪਣੀ ਮਿੰਨੀ ਕਹਾਣੀ ਲੈ ਕੇ ਆਉਣਗੇ। ਉਸ ਤੋਂ ਬਾਅਦ ਮੰਗਤ ਕੁਲਜੀਤ ਜੀ ਤਿਆਰ ਹੈ। ਮਿੰਨੀ ਕਹਾਣੀ ਦਾ ਸਿਰਲੇਖ ਹੈ ਉਸਦੀ ਮਾਂ। ਅੱਜ ਸੁਰਪ੍ਰੀਤ ਥੋੜੀ ਦੇਰ ਨਾਲ ਉੱਠੀ। ਸਾਰੀ ਰਾਤ ਉਸਲ ਵੱਟੇ ਲੈਂਦਿਆਂ ਨਿਕਲ ਗਈ। ਮਨ ਵੀ ਉਦਾਸਿਆ ਜਿਹਾ ਸੀ। ਉਹ ਕਮਰੇ ਚੋਂ ਬਾਹਰ ਆਈ ਤਾਂ ਦੇਖਿਆ ਭਰਾ ਦੁਕਾਨ ਤੇ ਜਾ ਚੁੱਕਿਆ ਸੀ ਤੇ ਭਰਜਾਈ ਕੰਮ ਵਿੱਚ ਰੁੱਝੀ ਹੋਈ ਸੀ। ਅਚਾਨਕ ਉਸਨੇ ਆਪਣਾ ਸਮਾਨ ਸੰਭਾਲਣਾ ਸ਼ੁਰੂ ਕੀਤਾ। ਉਹ ਗਰਮੀ ਦੀਆਂ ਛੁੱਟੀਆਂ ਵਿੱਚ ਪੇਕੇ ਘਰ ਰਹਿਣ ਆਈ ਹੋਈ ਸੀ। ਮੰਮੀ ਪਾਪਾ ਤੋਂ ਬਾਅਦ ਭਰਾ ਭਰਜਾਈ ਦਾ ਘਰ ਹੀ ਤਾਂ ਪੇਕਾ ਘਰ ਸੀ ਉਸਦਾ। ਪਰ ਜਦੋਂ ਦੀ ਉਹ ਆਈ, ਭਰਾ ਦਾ ਉਤਰਿਆ ਹੋਇਆ ਮੂੰਹ ਦੇਖ ਰਹੀ ਸੀ। ਬਾਰ-ਬਾਰ ਪੁੱਛਣ ਤੇ ਵੀ ਉਸਨੂੰ ਕੋਈ ਸੰਤੋਖਜਨਕ ਜਵਾਬ ਨਾ ਮਿਲਿਆ। ਅੱਜ ਉਸਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ ਤਾਂ ਭਰਜਾਈ ਨੇ ਝੱਟ ਭਰਾ ਨੂੰ ਦੁਕਾਨ ਤੇ ਫੋਨ ਕਰ ਦਿੱਤਾ। ਉਹ ਤੁਰੰਤ ਘਰ ਵਾਪਸ ਆ ਗਿਆ ਤੇ ਹੈਰਾਨ ਹੋ ਕੇ ਉਸ ਤੋਂ ਪੁੱਛਿਆ, ਤੂੰ ਤਾਂ ਹਲੇ ਰਹਿਣਾ ਸੀ, ਇੰਨੀ ਜਲਦੀ ਕਿਉਂ ਜਾ ਰਹੀ ਹੈ? ਵੀਰ ਜੀ, ਰਾਤੀ ਇਹਨਾਂ ਦਾ ਫੋਨ ਆਇਆ ਸੀ, ਮਾਂ ਜੀ ਦੀ ਤਬੀਅਤ ਠੀਕ ਨਹੀਂ, ਇਸ ਲਈ ਮੈਨੂੰ ਜਾਣਾ ਪੈ ਰਿਹਾ। ਹੋਰ ਕੋਈ ਗੱਲ ਤਾਂ ਨਹੀਂ? ਭਰਾ ਨੇ ਖੋਲੀ ਦਾ ਨਹੀਂ ਪੁੱਛਿਆ। ਨਹੀਂ ਵੀਰ ਜੀ, ਹੋਰ ਕੋਈ ਗੱਲ ਨਹੀਂ। ਐਨੇ ਟੈਕਸੀ ਵੀ ਆ ਗਈ। ਭਰਾ ਨੇ ਸਾਰਾ ਸਮਾਨ ਵਿੱਚ ਰਖਵਾ ਦਿੱਤਾ। ਭਰਜਾਈ ਨੇ ਸੁਰਪ੍ਰੀਤ ਨੂੰ ਸ਼ਗਨ ਦਿੱਤਾ ਜੋ ਉਸਨੇ ਖੁਸ਼ੀ-ਖੁਸ਼ੀ ਰੱਖ ਲਿਆ। ਲੱਗਦਾ ਮੈਂ ਫੋਨ ਦਾ ਚਾਰਜਰ ਕਮਰੇ 'ਚ ਭੁੱਲ ਆਈ। ਕਹਿੰਦੀ ਹੋਈ ਉਹ ਅੰਦਰ ਗਈ ਤੇ ਫਿਰ ਹੱਸਦੀ ਹੋਈ ਸਭ ਦੇ ਗਲੇ ਮਿਲ ਕੇ ਵਾਪਸ ਚਲੀ ਗਈ। ਭਰਾ ਦਾ ਮਨ ਭਰ ਆਇਆ। ਉਹ ਉਸਦੇ ਕਮਰੇ ਵਿੱਚ ਗਿਆ ਤੇ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਅਚਾਨਕ ਉਸਦੀ ਨਜ਼ਰ ਇੱਕ ਲਿਫਾਫੇ ਤੇ ਪਈ। ਉਸਨੇ ਆਪਣੀ ਘਰਵਾਲੀ ਨੂੰ ਆਵਾਜ਼ ਦਿੱਤੀ, ਦੇਖੀ ਆਹ ਤੇ ਸੁਰਪ੍ਰੀਤ ਇੱਥੇ ਹੀ ਭੁੱਲ ਗਈ। ਜਿੱਦਾਂ ਹੀ ਉਸਨੇ ਲਿਫਾਫਾ ਚੁੱਕਿਆ, ਉਸ ਵਿੱਚ ਇੱਕ ਚੈੱਕ ਦੇ ਨਾਲ ਇੱਕ ਚਿੱਠੀ ਦਿਖੀ। ਉਹ ਖੋਲ ਕੇ ਪੜ੍ਹਨ ਲੱਗਿਆ, ਵੀਰ ਜੀ, ਮੈਂ ਤੁਹਾਡੇ ਨਾਲ ਬਹੁਤ ਨਾਰਾਜ਼ ਹਾਂ। ਉਹ ਤਰਬਕ ਗਿਆ। ਉਸਨੇ ਫਿਰ ਅੱਗੇ ਪੜ੍ਹਨਾ ਸ਼ੁਰੂ ਕੀਤਾ। ਜਦੋਂ ਦੀ ਆਈ ਹਾਂ ਤੁਹਾਨੂੰ ਪਰੇਸ਼ਾਨ ਦੇਖ ਰਹੀ ਹਾਂ। ਤੁਹਾਨੂੰ ਪੁੱਛਿਆ ਵੀ ਪਰ ਤੁਸੀਂ ਕੁਝ ਨਾ ਦੱਸਿਆ ਤੇ ਨਾ ਹੀ ਭਰਜਾਈ ਜੀ ਨੇ। ਤੁਹਾਨੂੰ ਲੈ ਕੇ ਪਰੇਸ਼ਾਨ ਹੋ? ਮੈਨੂੰ ਦੱਸ ਦੇ ਤਾਂ ਕਿ ਮੈਂ ਸਮਝਦੀ ਨਹੀਂ ਕਿ ਇੰਨਾ ਬੇਗਾਨਾ ਸਮਝ ਲਿਆ ਤੁਸੀਂ ਮੈਨੂੰ। ਅੱਜ ਤੱਕ ਤੁਹਾਡੇ ਤੋਂ ਲੈਂਦੀ ਹੀ ਆਈ ਹਾਂ, ਹੁਣ ਮੇਰੀ ਵਾਰੀ ਹੈ, ਪਲੀਜ਼ ਮਨਾ ਨਾ ਕਰਿਓ। ਸਭ ਤੁਹਾਡੇ ਹੀ ਦਿੱਤੇ ਹੋਏ ਹਨ। ਹੁਣ ਘਰੇ ਪਹੁੰਚ ਕੇ ਫੋਨ ਕਰਾਂਗੀ। ਤੁਹਾਡੀ ਭੈਣ ਸੁਰਪ੍ਰੀਤ। ਭਰਾ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਝੜੀ ਲੱਗ ਗਈ। ਪਤਾ ਹੀ ਨਹੀਂ ਸੀ ਲੱਗਿਆ ਕਦੋਂ ਉਸਦੀ ਨਿੱਕੀ ਜਿਹੀ ਭੈਣ ਉਸਦੀ ਮਾਂ ਬਣ ਗਈ। ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਮੈਡਮ ਸੀਮਾ ਵਰਮਾ ਜੀ। ਇਸ ਤੋਂ ਬਾਅਦ ਮੰਗਤ ਕੁਲਜੀਤ ਜੀ ਆਪਣੀ ਮਿੰਨੀ ਕਹਾਣੀ ਲੈ ਕੇ ਆਉਣਗੇ। ਸਤਿਕਾਰਯੋਗ ਪ੍ਰਧਾਨਗੀ ਮੰਡਲ ਦੇ ਸਾਥੀਓ, ਮੇਰੀ ਮਿੰਨੀ ਕਹਾਣੀ ਹੈ ਜੋ ਉਹਦਾ ਸਿਰਲੇਖ ਹੈ ਵਾਸਤਾ। ਅਖਬਾਰ ਤਾਂ ਕਾਫੀ ਦਿਨਾਂ ਤੋਂ ਸੀ ਕਿ ਅਮਰੀਕਾ ਦਾ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸਟੋਰ ਐਡਵਾਂਸ ਟੈਕਨੋਲੋਜੀ ਨੂੰ ਅਪਣਾ ਕੇ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਅਜਿਹਾ ਸਾਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੀ ਵਰਤੋਂ ਨਾਲ ਸਟੋਰਾਂ ਵਿੱਚ ਆਦਮ ਸ਼ਕਤੀ ਨੂੰ ਸਿਫਰ ਪੱਧਰ ਤੇ ਲਿਆ ਕੇ ਕੰਮ ਦੀ ਰਫ਼ਤਾਰ ਅਤੇ ਗੁਣਵੱਤਾ ਨੂੰ ਵਧਾਇਆ ਜਾਵੇਗਾ। ਅਖਬਾਰ ਨੂੰ ਹਕੀਕਤ ਵਿੱਚ ਬਦਲਦਿਆਂ ਵੀ ਦੇਰ ਨਾ ਲੱਗੀ ਜਦੋਂ ਵਾਸ਼ਿੰਗਟਨ ਸ਼ਹਿਰ ਦੇ ਸਟੋਰ ਦੇ ਦਰਵਾਜ਼ੇ ਮੂਹਰੇ ਮੁਲਾਜ਼ਮਾਂ ਨੂੰ ਫਲੈਸ਼ ਹੋ ਰਿਹਾ ਬੋਰਡ ਦਿਖਾਈ ਦਿੱਤਾ ਜਿਸ ਤੇ ਲਿਖਿਆ ਸੀ, ਸਾਨੂੰ ਖੇਦ ਹੈ ਕਿ ਅਸੀਂ ਤੁਹਾਡੀਆਂ ਸੇਵਾਵਾਂ ਕ੍ਰਿਸਮਸ ਤੋਂ ਬਾਅਦ ਨਹੀਂ ਲੈ ਸਕਾਂਗੇ ਕਿਉਂਕਿ ਕੰਪਨੀ ਆਪਣੇ ਖਰਚੇ ਘਟਾਉਣ ਅਤੇ ਕੰਮਕਾਰ 'ਚ ਗੁਣਵੱਤਾ ਨੂੰ ਵਧਾਉਣ ਲਈ ਨਵੀਂ ਅਤੇ
ਅਗੇਤੀ ਤਕਨਾਲੋਜੀ ਦਾ ਸਹਾਰਾ ਲੈ ਰਹੀ ਹੈ। ਕ੍ਰਿਸਮਸ ਤੋਂ ਬਾਅਦ ਹਰ ਇੱਕ ਦੇ ਮੋਬਾਈਲ ਉੱਪਰ ਸੁਨੇਹਾ ਆ ਚੁੱਕਿਆ ਸੀ, ਤੁਹਾਡਾ ਰਹਿੰਦਾ ਬਕਾਇਆ ਤੁਹਾਡੇ ਖਾਤੇ ਵਿੱਚ ਭੇਜਿਆ ਜਾ ਰਿਹਾ ਹੈ। ਸਾਨੂੰ ਅਤਿਅੰਤ ਦੁੱਖ ਹੈ ਕਿ ਕੱਲ੍ਹ ਤੋਂ ਤੁਹਾਡੀਆਂ ਸੇਵਾਵਾਂ ਦੀ ਇਸ ਸਟੋਰ ਨੂੰ ਜ਼ਰੂਰਤ ਨਹੀਂ। ਮੁਲਾਜ਼ਮਾਂ ਨੂੰ ਮਹਿਸੂਸ ਤਾਂ ਬਹੁਤ ਹੋਇਆ ਕਿ ਬਹੁਤ ਹੀ ਲੰਬੇ ਸਮੇਂ ਤੋਂ ਤਨਦੇਹੀ ਨਾਲ ਦਿੱਤੀਆਂ ਸੇਵਾਵਾਂ ਦਾ ਕੰਪਨੀ ਨੇ ਇਹ ਮੁੱਲ ਪਾਇਆ। ਕੰਜਰਦਿਆਂ ਨੇ ਇੱਕ ਝਟਕੇ 'ਚ ਹੀ ਬੇਰੁਜ਼ਗਾਰ ਕਰ ਦਿੱਤਾ। ਕਰ ਵੀ ਕੀ ਸਕਦੇ ਸੀ, ਕਾਨੂੰਨ ਤਾਂ ਕੰਪਨੀ ਦੇ ਪੱਖ ਵਿੱਚ ਸੀ। ਨਵੇਂ ਸਾਲ ਦੇ ਸ਼ੁਰੂਆਤ 'ਚ ਜਦ ਸਟੋਰ ਖੁੱਲਿਆ ਤਾਂ ਉਸ ਦੀ ਦਿੱਖ ਹੀ ਬਦਲ ਚੁੱਕੀ ਸੀ। ਖਰੀਦ ਕਰਨ ਵਾਲੇ ਲੋਕਾਂ ਨੇ ਘੁਸਰ ਮੁਸਰ ਤਾਂ ਸੁਣੀ ਸੀ, ਪਰ ਬਹੁਤਾ ਧਿਆਨ ਦੇਣ ਲਈ ਕਿਸੇ ਕੋਲ ਸਮਾਂ ਹੀ ਨਹੀਂ ਸੀ। ਅੱਜ ਸਟੋਰ ਦੇ ਬੂਹੇ ਅੱਗੇ ਲੱਗੇ ਵਿਸ਼ਾਲ ਬੋਰਡ ਉੱਪਰ ਲਿਖਿਆ ਦਿਖਾਈ ਦੇ ਰਿਹਾ ਸੀ, ਨਵੀਂ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ। ਨਾਲ ਹੀ ਹਦਾਇਤਾਂ ਸਨ ਕਿ ਸਟੋਰ ਵੜਨ ਤੋਂ ਪਹਿਲਾਂ ਆਪਣਾ ਖਰੀਦ ਕਾਰਡ ਸਾਹਮਣੇ ਲੱਗੇ ਮਸ਼ੀਨ ਨੂੰ ਵਿਖਾਓ, ਆਪਣਾ ਫੋਨ ਨੰਬਰ ਅਤੇ ਈਮੇਲ ਐਡਰੈਸ ਭਰੋ ਤਾਂ ਕਿ ਨਵੀਂ ਬਣਾਈ ਐਪ ਨੂੰ ਤੁਹਾਡੇ ਮੋਬਾਈਲ ਤੇ ਅਪਲੋਡ ਕੀਤਾ ਜਾ ਸਕੇ। ਅੰਦਰ ਗਏ ਤਾਂ ਲੋਕ ਹੋਰ ਵੀ ਹੈਰਾਨ ਸਨ ਕਿ ਅੰਦਰ ਆਦਮੀ ਨਾਂ ਦਾ ਕੋਈ ਵੀ ਜੀਵ ਹਾਜ਼ਰ ਨਹੀਂ ਸੀ। ਕੇਵਲ ਚਾਰੇ ਪਾਸੇ ਹਦਾਇਤਾਂ ਹੀ ਫਲੈਸ਼ ਹੋ ਰਹੀਆਂ ਸਨ। ਕਿਸੇ ਵੀ ਸੈਲਫ ਤੋਂ ਕੋਈ ਵੀ ਸਮਾਨ ਲਓ, ਦੇਖੋ, ਪਸੰਦ ਹੈ ਤਾਂ ਆਪਣੇ ਕੋਲ ਫੜੀ ਟਰਾਲੀ ਵਿੱਚ ਰੱਖੋ, ਨਹੀਂ ਪਸੰਦ ਤਾਂ ਵਾਪਸ ਕਿਤੇ ਵੀ ਰੱਖ ਦਿਓ। ਖਰੀਦਦਾਰੀ ਕਰਕੇ ਬਾਹਰ ਨਿਕਲਣ ਵਾਲੇ ਗੇਟ ਤੋਂ ਪਹਿਲਾਂ ਬਣੇ ਕਮਰੇ ਵਿੱਚ ਜਾਓ, ਆਪਣਾ ਸਮਾਨ ਲਿਫਾਫਿਆਂ ਵਿੱਚ ਪਾਓ ਅਤੇ ਤੁਰ ਜਾਓ ਆਪਣੇ ਵਾਹਨ ਕੋਲ। ਬਿੱਲ ਕਟਾਉਣ ਦੀ ਕੋਈ ਜ਼ਰੂਰਤ ਨਹੀਂ, ਬਿੱਲ ਆਪਣੇ ਆਪ ਤੁਹਾਡੇ ਘਰ ਆ ਜਾਵੇਗਾ। ਤੁਹਾਡੇ ਖਾਤੇ 'ਚੋਂ ਪੈਸੇ ਆਪਣੇ ਆਪ ਕੱਟੇ ਜਾਣਗੇ। ਲੋਕਾਂ ਲਈ ਅਚੰਭਾ ਸੀ, ਖੁਸ਼ ਵੀ ਸਨ ਕਿ ਬਿੱਲ ਕਟਾਉਣ ਦੇ ਝੰਜਟ ਤੋਂ ਖਹਿੜਾ ਛੁੱਟਿਆ। ਕੁਝ ਲੋਕਾਂ ਨੂੰ ਵਧੀਆ ਲੱਗਿਆ, ਪਰ ਕੁਝ ਲੋਕਾਂ ਨੂੰ ਕੰਪਨੀ ਦੇ ਖਰਚੇ ਘਟ ਗਏ, ਮੁਨਾਫਾ ਵੱਧ ਗਿਆ। ਕੰਪਨੀ ਨੇ ਧੜਾਧੜ ਦੂਸਰੇ ਸ਼ਹਿਰਾਂ ਵਿੱਚ ਵੀ ਇਹ ਸਿਸਟਮ ਲਾਗੂ ਕਰ ਦਿੱਤਾ। ਕੁਝ ਮਹੀਨਾ ਬਾਅਦ ਹੀ ਕੰਪਨੀ ਦੀ ਸੇਲ ਵਿੱਚ ਘਾਟਾ ਦਰਜ ਹੋਣਾ ਸ਼ੁਰੂ ਹੋ ਗਿਆ। ਸਾਲ ਦੇ ਅਖੀਰ ਵਿੱਚ ਜਦ ਵਿਸ਼ਲੇਸ਼ਣ ਕੀਤਾ ਗਿਆ ਤਾਂ ਕੰਪਨੀ ਦਾ ਕੁੱਲ ਮੁਨਾਫਾ ਪਹਿਲੇ ਸਾਲਾਂ ਤੋਂ ਵੱਧ ਨਹੀਂ ਬਲਕਿ ਘੱਟ ਸੀ, ਕਿਉਂਕਿ ਰੁਜ਼ਗਾਰ ਬੰਦਿਆਂ ਕੋਲ ਨਹੀਂ ਮਸ਼ੀਨਾਂ ਕੋਲ ਸੀ ਤੇ ਮਸ਼ੀਨਾਂ ਦਾ ਭੁੱਖ ਨਾਲ ਕੀ ਵਾਸਤਾ। ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਮੰਗਲ ਕੁਲਜੀਤ ਜੀ। ਇਸ ਤੋਂ ਬਾਅਦ ਮੈਡਮ ਰਾਜਦੀਪ ਕੌਰ ਸਿੱਧੂ, ਇਹਨਾਂ ਤੋਂ ਬਾਅਦ ਮੈਡਮ ਅਮਰਜੀਤ ਕੌਰ ਵਾੜ ਜੀ ਤਿਆਰ ਹੈ। ਮੇਰੀ ਕਹਾਣੀ ਦਾ ਵਿਸ਼ਾ ਕੁਦਰਤ ਦੇ ਰੰਗ। ਵਿਹੜੇ ਵਿੱਚ ਲੱਗੇ ਅੰਬ ਦੇ ਦਰਖਤ ਤੇ ਕਈ ਜਾਨਵਰਾਂ ਨੇ ਆਲ੍ਹਣੇ ਪਾਏ ਹੋਏ ਸਨ। ਇਹ ਜਾਨਵਰ ਆਪਣੇ ਛੋਟੇ ਛੋਟੇ ਬੋਟਾਂ ਨੂੰ ਆਲ੍ਹਣੇ ਵਿੱਚ ਛੱਡ ਕੇ ਅਤੇ ਵੱਡਿਆਂ ਨੂੰ ਨਾਲ ਲੈ ਕੇ ਚੋਗਾ ਚੁਗਣ ਜਾਂਦੇ ਸਨ। ਸ਼ਾਮ ਨੂੰ ਵਾਪਸ ਆ ਕੇ ਦਾਣਾ ਚੋਗਾ ਲੈ ਕੇ ਆਪਣੇ ਬੱਚਿਆਂ ਕੋਲ ਆਲ੍ਹਣੇ ਵਿੱਚ ਆ ਜਾਂਦੇ। ਬੱਚਿਆਂ ਨੂੰ ਉਡਾਰੀਆਂ ਲਾਉਣੀਆਂ ਸਿਖਾਉਂਦੇ। ਸਾਰੇ ਜਾਨਵਰ ਮਿਲ ਕੇ ਰਹਿ ਰਹੇ ਸਨ। ਇੱਕ ਦਿਨ ਕਾਂ ਅਤੇ ਕੌਣੀ ਜਦੋਂ ਆਲ੍ਹਣੇ ਵਿੱਚ ਵਾਪਸ ਆਏ ਤਾਂ ਬੱਚਿਆਂ ਨੇ ਕਿਹਾ, ਤੁਸੀਂ ਰੋਜ਼ ਮੀਲਾਂ ਦੂਰ ਜਾ ਕੇ ਸਾਡੇ ਲਈ ਚੋਗਾ ਲਿਆਉਂਦੇ ਹੋ, ਪਰ ਜਿਸ ਦਰਖਤ ਤੇ ਆਪਾਂ ਰਹਿੰਦੇ ਹਾਂ ਇੱਥੇ ਲੋਕਾਂ ਦੇ ਖਾਣੇ ਲਈ ਤਾਂ ਸਵੇਰੇ ਸ਼ਾਮ ਇੱਕ ਗੱਡੀ ਆਉਂਦੀ ਹੈ ਅਤੇ ਬਣਿਆ ਬਣਾਇਆ ਖਾਣਾ ਦੇ ਕੇ ਜਾਂਦੀ ਹੈ, ਪਰੰਤੂ ਇਹਨਾਂ ਨੂੰ ਘਰੋਂ ਬਾਹਰ ਨਿਕਲ ਤੇ ਤੋਂ ਰੋਕਦੇ ਹਨ। ਤੁਹਾਨੂੰ ਇੰਨੀ ਦੂਰ ਕਿਉਂ ਜਾਣਾ ਪੈਂਦਾ? ਬੱਚਿਆਂ ਦੀਆਂ ਅਣਭੂਲ ਗੱਲਾਂ ਸੁਣ ਕੇ ਕਾਂ ਨੇ ਕਿਹਾ, ਹਾਂ ਬੱਚੇ, ਪਹਿਲਾਂ ਆਪਾਂ ਨੂੰ ਵੀ ਇੱਥੇ ਹੀ ਖਾਣਾ ਮਿਲ ਜਾਂਦਾ ਸੀ, ਪਰ ਇਨਸਾਨ ਬਹੁਤ ਲਾਲਚੀ ਹੋ ਗਿਆ। ਕਹਿੰਦੇ ਦੁਨੀਆ ਤੋਂ ਤੇ ਬਹੁਤ ਭਿਆਨਕ ਬਿਮਾਰੀ ਫੈਲੀ ਹੈ, ਉਹ ਬੰਦੇ ਤੋਂ ਬੰਦੇ ਨੂੰ ਹੋ ਜਾਂਦੀ ਹੈ। ਤੁਸੀਂ ਵੀ ਅੰਦਰ ਹੀ ਰਿਹਾ ਕਰੋ, ਕਿਤੇ ਇਹਨਾਂ ਤੋਂ ਆਪਾਂ ਨੂੰ ਨਾ ਲੱਗ ਜੇ। ਜਿਨ੍ਹਾਂ ਨੂੰ ਆਪਾਂ ਨੂੰ ਬਚਾਅ ਲਈ ਆਪਣੇ ਆਪ ਨੂੰ ਅੰਦਰ ਬੰਦ ਕਰਕੇ ਕਰ ਲਿਆ, ਇਹ ਤਾਂ ਆਪ ਪਰਾਏ ਹੱਥਾਂ ਵੱਲ ਵੇਖਦੇ ਨੇ। ਆਪਾਂ ਨੂੰ ਕੀ ਕਹਿਣਗੇ, ਕੀ ਦੇਣਗੇ? ਕਬੂਤਰ ਕਾਂ ਦੀਆਂ ਗੱਲਾਂ ਸੁਣ ਕੇ ਬੋਲਿਆ, ਵੀਰੇ ਇਹ ਤਾਂ ਸਭ ਗੁਲਾਮ ਨੇ, ਆਪਣੇ ਆਪ ਨੂੰ ਆਜ਼ਾਦ ਹੋਣ ਦਾ ਇੱਕ ਨਾਟਕ ਕਰਦੇ ਨੇ। ਕੋਇਲ ਨੇ ਕਿਹਾ, ਨਹੀਂ ਵੀਰੇ, ਇਨਸਾਨ ਨੂੰ ਕੁਦਰਤ ਨੇ ਪਿੰਜਰੇ ਵਿੱਚ ਬੰਦ ਕਰ ਦਿੱਤਾ, ਕਿਉਂਕਿ ਇਸਨੇ ਕੁਦਰਤ ਨਾਲ ਬਹੁਤ ਖਿਲਵਾੜ ਕੀਤਾ। ਦਾਣਾ ਖਾ ਰਹੇ ਕਬੂਤਰ ਦੇ ਬੱਚੇ ਬੋਲੇ, ਕੁਦਰਤ ਨਾਲ ਕੀ ਖਿਲਵਾੜ ਕੀਤਾ ਇਹਨਾਂ ਨੇ ਭਲਾ? ਕਾਂ ਨੇ ਇੱਕ ਟਾਹਣੀ ਤੋਂ ਦੂਜੀ ਟਾਹਣੀ ਤੇ ਬੈਠੇ ਕਿਹਾ, ਪਹਿਲਾਂ ਤਾਂ ਇਹਨਾਂ ਨੇ ਦਰਖਤ ਕੱਟੇ, ਫਿਰ ਧਰਤੀ ਫੁੱਟ ਕੇ ਸਾਨੂੰ ਬੇਘਰ ਕੀਤਾ। ਅਸੀਂ ਤੇ ਉਸ ਦੇ ਕੁਦਰਤ ਦੇ ਜੀਵਾਂ, ਅਸੀਂ ਵੀ ਉਸ ਕੁਦਰਤ ਦੇ ਜੀਵਾਂ। ਜਜ਼ਬਾਤੀ ਹੋਏ ਕਾਂ ਨੇ
ਵੇਖ ਕੇ ਕੌਣੀ ਬੋਲੀ, ਜੀ ਕਿਉਂ ਆਪਣੇ ਆਪ ਨੂੰ ਦੁਖੀ ਕੀਤਾ? ਜੇ ਇਨਸਾਨ ਨੇ ਧਰਤੀ ਦੀ ਕੁੱਖ ਵਿੱਚ ਜ਼ਹਿਰ ਬੀਜਿਆ ਤਾਂ ਹੀ ਤਾਂ ਜ਼ਹਿਰ ਖਾ ਕੇ ਇਹਨਾਂ ਦੇ ਪੁੱਤਰ ਮਰ ਰਹੇ ਨੇ। ਆਪਣੇ ਆਪ ਨੂੰ ਕੁਦਰਤ ਤੋਂ ਬਲਵਾਨ ਸਮਝਣ ਵਾਲੇ ਮਨੁੱਖ ਨੂੰ ਕੁਦਰਤ ਨੇ ਮੂੰਹ ਤੇ ਸ਼ਿਕਲੀਆਂ ਪਾ ਕੇ ਘਰੇ ਬੰਦ ਕਰ ਦਿੱਤਾ। ਤੋਤਾ ਦੂਰ ਦੀ ਟਾਹਣੀ ਤੋਂ ਬੈਠਾ ਗੱਲਾਂ ਸੁਣ ਕੇ ਕੌਣੀ ਦੇ ਕੋਲ ਆ ਗਿਆ ਤੇ ਬੋਲਿਆ, ਭਾਵੇਂ ਇਹਨਾਂ ਨੇ ਮੈਨੂੰ ਵੀ ਪਿੰਜਰੇ ਵਿੱਚ ਬੰਦ ਕਰਕੇ ਆਪਣੀ ਬੋਲੀ ਸਿਖਾ ਦਿੱਤੀ ਸੀ, ਆਪਣੇ ਘਰਾਂ ਦੇ ਬਗੀਚੇ, ਆਪਣੇ ਘਰ ਦੇ ਬਗੀਚੇ ਦਾ ਸ਼ਿੰਗਾਰ ਬਣਾ ਲਿਆ ਸੀ, ਪਰ ਕੁਦਰਤ ਨੇ ਮੇਰਾ ਸਾਥ ਦਿੱਤਾ। ਇੱਕ ਦਿਨ ਪਿੰਜਰਾ ਖੁੱਲਾ ਰਹਿ ਗਿਆ, ਮੈਂ ਉੱਡ ਕੇ ਤੁਹਾਡੇ ਕੋਲ ਆ ਗਿਆ। ਅੰਬ ਚੁੱਕ ਰਹੇ ਤੋਤੇ ਨੇ ਕਿੰਝ ਪੂਜਾ ਕਿਹਾ, ਪਰ ਭੈਣੇ ਇੱਕ ਗੱਲ ਯਾਦ ਰੱਖੀ, ਕੁਦਰਤ ਨੇ ਤਾਂ ਇਹਨਾਂ ਦੇ ਮੂੰਹ ਤੇ ਸ਼ਿਕਲੀ ਪਾਈਏ ਪਾ ਕੇ ਖੁੱਡੇ ਵਿੱਚ ਬੰਦ ਕੀਤਾ। ਹੁਣ ਤਾਂ ਇਹ ਆਪਸ ਵਿੱਚ ਵੀ ਇੱਕ ਦੂਜੇ ਨੂੰ ਤੋਂ ਨਫ਼ਰਤ ਕਰਨ ਲੱਗ ਪਏ ਨੇ। ਕਿਸੇ ਦੇ ਕੋਲ ਨਹੀਂ ਕੋਈ ਖੜਾਉਂਦਾ ਡਰਦਾ। ਜਿਹੜੇ ਇਹਨਾਂ ਦੇ ਅੰਦਰ ਬੈਠੇ ਬਿਠਾਇਆਂ ਨੂੰ ਚੋਗਾ ਦੇ ਕੇ ਜਾਂਦੇ ਆ ਨਾ, ਉਹਨਾਂ ਦੇ ਗੁਲਾਮ ਬਣ ਗਏ ਨੇ ਇਹ। ਆਪਣੇ ਬੱਚੇ ਜਾਲ, ਆਪਣੇ ਬੱਚੇ ਗੁਣੇ ਜਾਲ ਵਿੱਚ ਆਪ ਹੀ ਉਲਝ ਗਏ। ਚਿੜੀ ਤੋਂ ਵੀ ਰਿਹਾ ਨਾ ਗਿਆ ਬੋਲੀ। ਤਾਂ ਹੀ ਤਾਂ ਆਪਾਂ ਆਪਣੇ ਵੋਟਾਂ ਨੂੰ ਆਪਣੇ ਨਾਲ ਚੁਗਣਾ ਸਿਖਾਉਂਦੇ ਆ। ਕਿਤੇ ਇਹ ਵੀ ਨਾ ਇਨਸਾਨ ਵਾਂਗ ਮਿਹਨਤ ਕਰਨੀ ਭੁੱਲ ਜਾਵੇ ਤੇ ਗੁਲਾਮੀ ਦੀ ਰੋਟੀ ਖਾਣ ਲੱਗ ਜਾਵੇ ਅਤੇ ਕੁਦਰਤ ਨੂੰ ਭੁੱਲ ਕੇ ਹਵਾਨ ਨਾ ਬਣ ਜਾਵੇ। ਧੰਨਵਾਦ। ਮੈਡਮ ਰਾਜਵੀਰ ਸਿੱਧੂ ਜੀ, ਇਹਨਾਂ ਤੋਂ ਬਾਅਦ ਮੈਡਮ ਅਮਰਜੀਤ ਕੌਰ ਵਾਲੇ ਜੀ ਆਪਣੀ ਮਿੰਨੀ ਕਹਾਣੀ ਲੈ ਕੇ ਆਉਣਗੇ। ਇਸ ਤੋਂ ਬਾਅਦ ਮਹਿੰਦਰ ਮਿੰਦਾ ਜੀ ਤਿਆਰ ਹੈ। ਹਾਜ਼ਰੀਨ, ਮੇਰੀ ਕਹਾਣੀ ਦਾ ਨਾਮ ਹੈ ਕਿਰਦਾਰ। ਕੈਨੇਡਾ ਰਹਿੰਦੀ ਹਰਮੀਤ ਕੌਰ ਦੀ ਵੱਡੀ ਧੀ ਪੜ੍ਹਾਈ ਦੇ ਆਧਾਰ ਤੇ ਗਈ ਸੀ ਤੇ ਉੱਥੋਂ ਦੀ ਹੋ ਕੇ ਰਹਿ ਗਈ ਸੀ। PR ਮਿਲਦਿਆਂ ਹੀ 25ਵੇਂ ਜਨਮ ਦਿਨ ਦੀ ਵਧਾਈ ਦਿੰਦਿਆਂ ਹਰਮੀਤ ਕੌਰ ਨੂੰ ਹੁਣ ਉਸਦੇ ਵਿਆਹ ਦਾ ਫਿਕਰ ਸਤਾਉਣ ਲੱਗਾ ਸੀ। ਧੀਆਂ ਤਾਂ ਜਨਮ ਤੋਂ ਹੀ ਮਾਪਿਆਂ ਨੂੰ ਫਿਕਰਾਂ ਵਿੱਚ ਪਾ ਦਿੰਦੀਆਂ ਨੇ ਤੇ ਉਸਦੀ ਤਾਂ ਦੂਸਰੀ ਧੀ ਵੀ ਕਾਲਜ ਦੀ ਪੜ੍ਹਾਈ ਪੂਰੀ ਕਰਦਿਆਂ ਕੈਨੇਡਾ ਜਾਣ ਦੇ ਸੁਪਨੇ ਲੈਣ ਲੱਗ ਪਈ ਸੀ। ਬੇਟੀਆਂ ਦੇ ਫਿਕਰ ਵਿੱਚ ਹਰਮੀਤ ਕੌਰ ਨੂੰ ਪਤੀ ਦਾ ਫਿਕਰ ਵੀ ਖਾਈ ਜਾਂਦਾ, ਜਿਸ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਨਾਲ ਕੋਈ ਸਰੋਕਾਰ ਨਹੀਂ ਸੀ। ਬਸ ਘਰੋਂ ਨੌਕਰੀਆਂ ਘਰ, ਕੋਈ ਐਬ ਨਹੀਂ। ਬਸ ਕਦੇ ਕਦੇ ਦੋਸਤਾਂ ਦੀ ਮਹਿਫਲ ਦਾ ਸ਼ਿੰਗਾਰ ਜ਼ਰੂਰ ਬਣ ਜਾਂਦਾ। ਹਰਮੀਤ ਦੇ ਪੇਕੇ ਉੱਚੇ ਰੁਤਬੇ ਵਾਲੇ, ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਅਤੇ ਸਰਕਾਰੀ ਦਰਬਾਰੇ ਉੱਚੀ ਪਹੁੰਚ ਹੋਣ ਕਰਕੇ ਉਸ ਦਾ ਪਤੀ ਈਰਖਾਲੂ ਬਿਰਤੀ ਦਾ ਹੋ ਗਿਆ ਸੀ। ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦਾ ਬੋਝ ਵੀ ਹਰਮੀਤ ਕੌਰ ਨੇ ਆਪ ਹੀ ਚੁੱਕ ਲਿਆ ਸੀ। ਸਾਰੇ ਪੇਕੇ ਰਿਸ਼ਤੇਦਾਰੀਆਂ ਵਿੱਚ ਵੀ ਉਸ ਦੀ ਪੂਰੀ ਪੁੱਛਗਿੱਛ ਸੀ। ਹੁਣ ਅਕਸਰ ਹਰਮੀਤ ਦੇ ਪੇਕਿਆਂ ਵੱਲੋਂ ਬੇਟੀ ਦੇ ਰਿਸ਼ਤੇ ਬਾਰੇ ਦੱਸ ਪੈਂਦੀ ਤਾਂ ਹਰਮੀਤ ਦਾ ਪਤੀ ਹਾਮੀ ਨਾ ਭਰਦਾ। ਗਜ਼ਟਡ ਅਫਸਰ ਦੀ ਤਰੱਕੀ ਮਿਲਦਿਆਂ ਹੀ ਹਰਮੀਤ ਕੌਰ ਦੇ ਪਤੀ ਦੇ ਸੁਭਾਅ ਵਿੱਚ ਤਬਦੀਲੀ ਆ ਗਈ ਸੀ। ਹੁਣ ਉਹਨੇ ਘਰ ਦੇ ਕੰਮਾਂ ਪ੍ਰਤੀ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਤੇ ਕੈਨੇਡਾ ਰਹਿੰਦੀ ਬੇਟੀ ਦੇ ਵਿਆਹ ਵਾਸਤੇ ਆਪਣੇ ਸਹੁਰੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਨਾ ਵੀ ਸ਼ੁਰੂ ਕਰ ਦਿੱਤਾ। ਰੋਜ਼ ਦੀ ਤਰ੍ਹਾਂ ਦਫ਼ਤਰ ਤੋਂ ਆ ਕੇ ਉਸਦਾ ਪਤੀ ਬੈਠਕ ਵਿੱਚ ਬੈਠ ਗਿਆ। ਹਰਮੀਤ ਕੌਰ ਚਾਹ ਲੈ ਕੇ ਆਈ ਤੇ ਚਾਹ ਦਾ ਕੱਪ ਪਤੀ ਵੱਲ ਵਧਾ ਆਪ ਸਾਹਮਣੇ ਸੋਫੇ ਤੇ ਬੈਠਣ ਲੱਗੀ ਤਾਂ ਪਤੀ ਦੇਵ ਨੇ ਉਸ ਨੂੰ ਬਾਹੋਂ ਖਿੱਚ ਕੇ ਆਪਣੇ ਕੋਲ ਬਿਠਾ ਲਿਆ ਤੇ ਜੇਬ ਵਿੱਚੋਂ ਬਾਜ਼ਾਰੋਂ ਬਣਵਾਈਆਂ ਸੋਨੇ ਦੀਆਂ ਚੂੜੀਆਂ ਕੱਢ ਪਤਨੀ ਨੂੰ ਪਹਿਨਾਉਣ ਲੱਗਾ। ਚੂੜੀਆਂ ਪਾਉਂਦਿਆਂ ਦੋਵਾਂ ਦੀਆਂ ਨਜ਼ਰਾਂ ਟਕਰਾ ਗਈਆਂ ਤੇ ਉਹ ਇਕੱਠੇ ਹੀ ਮੁਸਕਰਾ ਪਏ। ਧੰਨਵਾਦ। ਬਹੁਤ ਬਹੁਤ ਧੰਨਵਾਦ ਮੈਡਮ ਅਮਰਜੀਤ ਕੌਰ ਵਾਲੇ ਜੀ। ਇਹਨਾਂ ਤੋਂ ਬਾਅਦ ਮਹਿੰਦਰ ਮਿੰਦਾ ਜੀ। ਇਸ ਤੋਂ ਬਾਅਦ ਡਾਕਟਰ ਨੈਣ ਸਿੰਘ ਮੰਡੇਰ ਜੀ ਤਿਆਰ ਹੈ। ਜਿਨ੍ਹਾਂ ਸਾਥੀਆਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹ ਪਿੱਛੇ ਸਾਡੇ ਸਹਿਯੋਗੀ ਮੈਂਬਰ ਬੈਠੇ ਨੇ, ਉਹਨਾਂ ਕੋਲ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਮਹਿੰਦਰ ਮਿੰਦਾ। ਹਾਜ਼ਰੀਨ, ਮੇਰੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਆਸ। ਅੱਜ TV ਤੇ ਚੱਲਦੀ ਫਿਲਮ ਦਾ ਸੀਨ ਵੇਖ ਕੇ ਮੇਰੀ ਬੇਟੀ ਨੇ ਮੈਨੂੰ ਸਵਾਲ ਕੀਤਾ, ਪਾਪਾ ਜਦੋਂ ਮੈਂ ਪੈਦਾ ਹੋਈ ਸੀ ਕਿ ਉਦੋਂ ਵੀ ਇਸ ਫਿਲਮ ਵਾਂਗ ਸਾਰੇ ਰੋਏ ਸੀ? ਮੈਂ ਇਸ ਸਵਾਲ ਨੂੰ ਸੁਣ ਕੇ ਸੁੰਨ ਜਿਹਾ ਹੋ ਗਿਆ। ਉਸਦੇ ਜਨਮ ਸਮੇਂ ਦੇ ਸਾਰੇ ਸੀਨ ਚੱਲ ਰਹੀ ਫਿਲਮ ਵਾਂਗ ਮੇਰੇ ਸਾਹਮਣੇ ਘੁੰਮਣ ਲੱਗੇ। ਸ਼੍ਰੀਮਤੀ ਪਹਿਲੀ ਡਿਲੀਵਰੀ ਹੋਣ ਕਾਰਨ ਸਮਾਜ ਦੇ ਬਣੇ ਖਾਕੇ ਅਨੁਸਾਰ ਪੇਕੇ ਗਈ ਹੋਈ ਸੀ। ਮਾਤਾ ਜੀ ਨੇ ਬਹੁਤ ਸਮਝਾਇਆ ਸੀ, ਪੁੱਤ ਤੂੰ ਨਾ ਜਾਂਦੀ ਤਾਂ ਚੰਗਾ ਸੀ, ਚੱਲ ਕੋਈ ਨਹੀਂ, ਤੇਰੀ ਮੰਮੀ ਦਾ ਵੀ ਮਨ ਲੈ ਜੂ, ਆਪਣੀ ਸਿਹਤ ਦਾ ਧਿਆਨ ਰੱਖੀ, ਦਵਾਈ ਬੂਟੀ ਅਤੇ ਖੁਰਾਕ ਪਾਣੀ
ਸਮੇਂ ਸਿਰ ਖਾਂਦੀ ਰਹੀ। ਜਿਸ ਦਿਨ ਤਬੀਅਤ ਖਰਾਬ ਨਹੀਂ ਲੱਗੀ ਤਾਂ ਉਹ ਜਿਸ ਡਾਕਟਰ ਦਾ ਇਲਾਜ ਪਹਿਲਾਂ ਤੋਂ ਚੱਲ ਰਿਹਾ ਸੀ ਉਹ ਲੈ ਕੇ ਚੱਲ ਪਏ ਤੇ ਮੈਨੂੰ ਵੀ ਫੋਨ ਕਰ ਦਿੱਤਾ, ਜੀਜਾ ਜੀ ਦੀਦੀ ਦੀ ਤਬੀਅਤ ਖਰਾਬ ਹੋ ਗਈ ਹੈ, ਦਰਦ ਲੱਗ ਗਏ ਹਨ, ਤੁਸੀਂ ਵੀ ਹਸਪਤਾਲ ਪਹੁੰਚ ਜਾਓ। ਸ਼੍ਰੀਮਤੀ ਦੀ ਛੋਟੀ ਭੈਣ ਨੇ ਮੈਨੂੰ ਫੋਨ ਕੀਤਾ। ਮੇਰੇ ਪਹੁੰਚਣ ਤੋਂ ਪਹਿਲਾਂ ਹੀ ਸ਼੍ਰੀਮਤੀ ਨੂੰ ਦਾਖਲ ਕਰਵਾ ਦਿੱਤਾ ਸੀ ਤੇ ਡਾਕਟਰ ਸਮਝਾ ਰਹੀ ਸੀ, ਦੇਖੋ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ, ਦਰਦ ਤਾਂ ਝੱਲਣਾ ਹੀ ਪੈਂਦਾ ਹੈ, ਸ਼ਾਮ ਤਾਂ ਹੋ ਹੀ ਜਾਓ, ਜੇਕਰ ਕੋਈ ਜ਼ਰੂਰਤ ਪਈ ਤਾਂ ਮੈਂ ਇੱਥੇ ਹੀ ਹਾਂ। ਮੇਰੀ ਸੱਸ ਹਸਪਤਾਲ 'ਚ ਬਣੇ ਮੰਦਰ ਜਾਂਦੀ ਅਤੇ ਇੱਕ ਹੀ ਅਰਦਾਸ ਕਰਦੀ, ਇਹ ਪ੍ਰਮਾਤਮਾ ਪਹਿਲੀ ਸੰਤਾਨ ਮੁੰਡਾ ਹੀ ਦੇਵੀ, ਮੇਰੀ ਧੀ ਨੂੰ ਜਵਾਬ ਦੇ ਕੇ ਉਸਦੀ ਇੱਜ਼ਤ ਰੱਖੀ। ਉਸਦੀ ਚਿੰਤਾਜਨਕ ਸਥਿਤੀ ਨੂੰ ਉਸਦੇ ਮੱਥੇ ਦੀਆਂ ਲਕੀਰਾਂ ਤੋਂ ਸਾਫ਼ ਪੜਿਆ ਜਾ ਸਕਦਾ ਸੀ। ਗੱਲਾਂ ਕਰਦੇ ਕਰਦੇ ਸ਼੍ਰੀਮਤੀ ਦੀ ਭੈਣ ਕਹਿਣ ਲੱਗੀ, ਜੀਜਾ ਜੀ ਮੁੰਡਾ ਹੀ ਹੋਊ, ਸਾਡੇ ਗੁਆਂਢ ਲੱਛੋ ਤਾਈ ਕਹਿੰਦੀ ਸੀ ਕਿ ਇਸਦਾ ਸੱਜਾ ਪੈਰ ਪਹਿਲਾਂ ਨਿਕਲਦਾ ਹੈ, ਇਸਦੇ ਤਾਂ ਮੁੰਡਾ ਹੀ ਹੋਊ। ਮੈਂ ਤਾਂ ਵੱਡੀ ਸਾਰੀ ਪਾਰਟੀ ਲਊਂ। ਸ਼ਾਇਦ ਇਸੇ ਕਾਰਨ ਮੇਰੀ ਸੱਸ ਨੇ ਲੜਕੇ ਦੀ ਪੂਰਨ ਆਸ ਆਪਣੇ ਮਨ ਵਿੱਚ ਧਾਰ ਲਈ ਸੀ ਅਤੇ ਡਰ ਵੀ ਰਹੀ ਸੀ। ਸ਼ਾਮ ਦੇ ਸਮੇਂ ਦਰਦ ਜ਼ਿਆਦਾ ਵੱਧ ਗਿਆ। ਡਾਕਟਰ ਨੂੰ ਬੁਲਾਉਣ ਤੇ ਡਾਕਟਰ ਨੇ ਦੱਸਿਆ, ਆਪਰੇਸ਼ਨ ਹੀ ਕਰਨਾ ਪਊ, ਜ਼ਿਆਦਾ ਰਿਸਕ ਲੈਣਾ ਠੀਕ ਨਹੀਂ, ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਦਿਓ। ਡਾਕਟਰ ਤੇ ਪੂਰੀ ਤਰ੍ਹਾਂ ਮਨ ਟਿਕਾਉਂਦੇ ਹੋਏ ਮੈਂ ਕਿਹਾ। ਠੀਕ 2 ਘੰਟੇ ਬਾਅਦ ਡਾਕਟਰ ਬਾਹਰ ਆਈ ਤਾਂ ਉਸ ਸੁਸਤ ਜਿਹੇ ਮੂੰਹ ਨਾਲ ਦੱਸਿਆ, ਲੜਕੀ ਹੈ ਜੀ, ਵੈਸੇ ਸਭ ਠੀਕ ਹੈ, ਤੁਸੀਂ ਮਿਲ ਸਕਦੇ ਹੋ। ਮੇਰੀ ਸੱਸ ਦੀ ਤਾਂ ਜਿਵੇਂ ਜਾਨ ਨਿਕਲ ਗਈ ਹੋਵੇ। ਇਹ ਕੀ ਰੱਬਾ, ਪਹਿਲਾਂ ਤਾਂ ਚੱਜ ਦੀ ਚੀਜ਼ ਦੇ ਦਿੰਦਾ, ਜਵਾਕੜੀ ਦੀ ਜਾਨ ਸੌਖੀ ਰਹਿੰਦੀ। ਬਹੁਤ ਰੋਈ ਸੀ, ਜਿਸ ਨੂੰ ਦੇਖ ਕੇ ਮੈਨੂੰ ਗੁੱਸਾ ਬਹੁਤ ਆ ਰਿਹਾ ਸੀ ਤੇ ਹੈਰਾਨ ਸੀ, ਪਰ ਮੈਂ ਬੋਲ ਕੁਝ ਵੀ ਨਾ ਸਕਿਆ। ਹੋਸ਼ ਵਿੱਚ ਆਉਂਦੇ ਜਦੋਂ ਸ਼੍ਰੀਮਤੀ ਨੇ ਮਾਤਾ ਦਾ ਲੜਕਿਆਂ ਨੂੰ ਦੇਖਿਆ ਤਾਂ ਉਸਨੇ ਵੀ ਖਿੱਚ ਕੇ ਕਿਹਾ, ਮਾਂ ਫਿਰ ਤਾਂ ਤੂੰ ਮੇਰੇ ਜਨਮ ਤੇ ਵੀ ਬਹੁਤ ਰੋਈ ਹੋਵੇਂਗੀ, ਮੈਂ ਵੀ ਤਾਂ ਤੇਰੀ ਪਲੇਟੀ ਔਲਾਦ ਹਾਂ, ਸਾਡੇ ਘਰ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਸਮਝਦਾ। ਮੇਰੀ ਸੱਸ ਤਾਂ ਕਹਿੰਦੀ ਸੀ ਕਿ ਮੇਰੇ 3 ਮੁੰਡੇ ਨੇ ਤੇ ਸਾਡੇ ਘਰ ਦੀ ਪਹਿਲੀ ਧੀ ਹੈ, ਮੇਰੀ ਧੀ ਦੇ ਜਨਮ ਤੇ ਰੋਣਾ ਨਹੀਂ। ਮੈਨੂੰ ਹੌਸਲਾ ਜਿਹਾ ਹੋਣ ਤੇ ਮੈਂ ਘਰ ਵੀ ਫੋਨ ਕਰ ਦਿੱਤਾ ਤਾਂ ਰਾਜੀ ਖੁਸ਼ੀ ਪੁੱਛਦਿਆਂ ਪਾਪਾ ਜੀ ਨੇ ਮੈਨੂੰ ਵਧਾਈ ਦਿੱਤੀ, ਬਹੁਤ ਬਹੁਤ ਵਧਾਈ ਪੁੱਤ, ਤੂੰ ਪਾਪਾ ਬਣ ਗਿਆ ਏ। ਫੋਨ ਕਰਨ ਨਾਲ ਮੇਰੇ ਵਿੱਚ ਜਿਵੇਂ ਜਾਨ ਜੀ ਆ ਗਈ ਹੋਵੇ। ਸਭ ਠੀਕ ਹੋਣ ਕਾਰਨ ਮੈਨੂੰ ਘਰ ਭੇਜ ਦਿੱਤਾ। ਜਦ ਮੈਂ ਘਰ ਪਹੁੰਚਿਆ ਤਾਂ ਮਠਿਆਈ ਮੰਗਵਾਈ ਹੋਈ ਸੀ, ਕਹਿੰਦੇ ਘਰ ਵਿੱਚ ਇੱਕ ਜੀ ਦਾ ਇਜ਼ਾਫਾ ਹੋਇਆ ਹੈ। ਬੇਟੀ ਮੈਨੂੰ ਬੁਲਾ ਰਹੀ ਸੀ, ਪਾਪਾ ਪਾਪਾ। ਮੈਂ ਸੋਚਾਂ ਦੀ ਲੜੀ ਤੋਂ ਬਾਹਰ ਆਇਆ ਤੇ ਦੱਸਿਆ, ਸਾਰੇ ਤਾਂ ਨਹੀਂ ਰੋਏ ਸੀ ਪੁੱਤ, ਮੈਨੂੰ ਤੇ ਤੇਰੀ ਮੰਮੀ ਨੂੰ ਤੇਰੇ ਜਨਮ ਤੇ ਸਭ ਤੋਂ ਵੱਧ ਖੁਸ਼ੀ ਹੋਈ ਸੀ। ਨਾਨੀ ਰੋਈ ਸੀ ਪਾਪਾ, ਬੇਟੀ ਫਿਰ ਬੋਲੀ, ਤੇਰੀ ਨਾਨੀ ਤਾਂ ਤੈਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ। ਮੈਂ ਉਸ ਸਮੇਂ ਦੇ ਸੱਚ ਨੂੰ ਲੁਕਾਉਂਦਿਆਂ ਅਤੇ ਹੁਣ ਦੇ ਸੱਚ ਨੂੰ ਸਾਹਮਣੇ ਲਿਆਉਂਦਿਆਂ ਕਿਹਾ। ਉਹ ਸੰਤੁਸ਼ਟ ਜਿਹੀ ਹੋ ਕੇ ਦੁਬਾਰਾ ਫਿਲਮ ਦੇਖਣ ਵਿੱਚ ਮਸ਼ਰੂਫ ਹੋ ਗਈ। ਬਹੁਤ ਬਹੁਤ ਧੰਨਵਾਦ। ਹਾਂਜੀ, ਸ਼ੁਕਰੀਆ ਮਿੰਦਰਪਾਲ ਜੀ। ਇਸ ਤੋਂ ਬਾਅਦ ਡਾਕਟਰ ਨੈਬ ਸਿੰਘ ਮੰਡੇਰ ਜੀ। ਇਹਨਾਂ ਤੋਂ ਬਾਅਦ ਵਿਵੇਕ ਤਿਆਰ ਰਹਿਣਗੇ ਮਿਨੀ ਕਹਾਣੀ ਦੇ ਲਈ। ਵਿਵੇਕ ਤੁਹਾਡੇ ਤੇ ਪਰਮ ਸਤਿਕਾਰਯੋਗ ਹਾਜ਼ਰੀਨ, ਮੇਰੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਰੌਸ਼ਨੀ। ਸੀਤੋ ਨੇ ਟਾਈਮ ਨਾਲ ਹੀ ਚੁੱਲ੍ਹੇ ਚੌਂਕੇ ਦਾ ਕੰਮ ਨਿਬੇੜ ਲਿਆ ਸੀ। ਉਸਨੇ ਆਪਣੀ ਲਾਡਲੀ ਬੇਟੀ ਗੁਰਪ੍ਰੀਤ ਦੇ ਲਈ ਪਰੌਂਠੇ ਬਣਾ ਕੇ ਟੀਫਨ ਵਿੱਚ ਪਾ ਸਕੂਲ ਤੋਰਦਿਆਂ ਕਿਹਾ, ਬੇਟਾ ਸਕੂਲੋਂ ਆ ਕੇ ਚੁੱਲ੍ਹੇ ਚੌਂਕੇ ਦਾ ਕੰਮ ਕਰ ਲਵੀਂ ਤੇ ਨਾਲੇ ਮੱਝ ਨੂੰ ਵੀ ਪਾਣੀ ਪਿਆ ਦੇਵੀਂ। ਪੱਠੇ ਪਾਉਣ ਤੱਕ ਮੈਂ ਆ ਜਾਵਾਂਗੀ। ਠੀਕ ਹੈ ਮਾਂ, ਤੂੰ ਚਿੰਤਾ ਨਾ ਕਰੀ, ਮੈਂ ਸਾਂਭ ਲੂੰ ਸਾਰਾ ਕੁਝ। ਗੁਰਪ੍ਰੀਤ ਨੇ ਸਕੂਲ ਜਾਂਦਿਆਂ ਮਾਂ ਨੂੰ ਪੂਰੇ ਹੌਸਲੇ ਨਾਲ ਕਿਹਾ। ਸੀਤੋ ਦੇ ਚਿਹਰੇ ਤੇ ਰੌਣਕ ਆ ਗਈ। ਵਾਹ ਧੀਏ, ਮੈਨੂੰ ਤੇਰੇ ਤੋਂ ਇਹੀ ਉਮੀਦ ਹੈ, ਤੂੰ ਜ਼ਰੂਰ ਵੱਡੀ ਅਫਸਰ ਬਣੇਗੀ। ਨਿੱਤ ਤੀਜੇ ਦਿਨ ਚਾਗਾ ਚੱਕ ਲੈਂਦੀ ਹੈ ਬਾਹਰ ਜਾਣ ਨੂੰ, ਕੋਈ ਸ਼ਰਮ ਹੈ ਵੇ ਕਿ ਨਹੀਂ? ਸੀਤੋ ਦੀ ਸੱਸ ਨੇ ਕੜਕ ਕੇ ਕਿਹਾ, ਮੈਂ ਨਹੀਂ ਜਾਣ ਦਿੰਦਾ ਇਹਨੂੰ ਅੱਜ ਕਿਤੇ। ਸਾਰਾ ਟੱਬਰ ਘਰ ਰਹੋ, ਰਾਸ਼ਨ ਵੰਡਣ ਵਾਸਤੇ ਆਉਣਗੇ ਅੱਜ ਵੱਡੀ ਪਾਰਟੀ ਵਾਲੇ। ਸ਼ਰਮ ਤਾਂ ਨਹੀਂ ਆਉਂਦੀ? ਕਿਸਾਨ ਅਤੇ ਮਜ਼ਦੂਰ ਸੜਕਾਂ ਤੇ ਰੋਕੇ ਫਿਰਦੇ ਨੇ, ਅਜੇ ਵੀ ਇਹਨੂੰ ਵੱਡੀ ਪਾਰਟੀ ਦਾ ਹੇਜ ਮਾਰਦਾ ਹੈ। ਕੀ ਦੇ ਦੇਣਗੇ ਵੱਡੀ ਪਾਰਟੀ ਵਾਲੇ ਤੈਨੂੰ? ਆਹ ਦੇਖੋ ਲੋਕਾਂ ਦੇ ਹਿੱਸੇ ਦਾ ਪੈਸਾ ਇਹਨਾਂ ਥੈਲਿਆਂ ਦੇ ਉੱਤੇ ਆਪਣਾ ਪ੍ਰਚਾਰ ਕਰਨ ਵਾਸਤੇ ਆਪਣੀਆਂ ਫੋਟੋਆਂ ਛਪਵਾਉਣ ਤੇ ਲਾ ਰੱਖੇ। ਕਦੋਂ ਸਮਝ ਆਊ ਤੁਹਾਨੂੰ?
ਸੀਤੋ ਨੇ ਅਨਾਜ ਵੰਡਣ ਵਾਲਾ ਖਾਲੀ ਥੈਲਾ ਦਿਖਾਉਂਦਿਆਂ ਕਿਹਾ। ਉਹ ਤਾਂ ਠੀਕ ਹੈ। ਮਾਂ ਪੁੱਤ ਨੇ ਇਕੱਠਿਆਂ ਹੀ ਸਿਰ ਹਿਲਾ ਕੇ ਹਾਮੀ ਭਰੀ। ਮੈਂ ਹਾਲੇ ਵੀ ਕਹਿਨੀ ਆ, ਤੁਸੀਂ ਲੋਕੋ ਸਰਕਾਰ ਦੇ ਕੌਲੀ ਚੱਟ ਨਾ ਬਣੋ। ਤੂੰ ਚੁੱਪ ਕਰ, ਵੱਡੀ ਆਈ ਹੈ ਕਿਸਾਨਾਂ ਦੀ ਹਿਮਾਚਲ ਬਾਂਝ ਕਿਸੇ ਥਾਂ ਦੀ। ਹਾਂ, ਮੈਂ ਹਿਮਾਚਲਾਂ ਕਿਸਾਨਾਂ ਦੀ, ਹੁਣ ਨਹੀਂ ਡਰਦੀ ਮੈਂ ਕਿਸੇ ਕੰਜਰ ਤੋਂ। ਤੁਸੀਂ ਮੈਨੂੰ ਬਹੁਤ ਜਲੀਲ ਕੀਤਾ ਹੈ ਮਾਂ ਪੁੱਤ ਨੇ, ਇਹ ਤਾਂ ਮੈਂ ਹੀ ਤਕੜੀ ਸੀ, ਤੁਸੀਂ ਤਾਂ ਕੋਈ ਕਸਰ ਨਹੀਂ ਛੱਡੀ। ਕਦੇ ਬਾਂਝ ਦੀ ਤੋਮਤ, ਧੀ ਕਿਉਂ ਜੰਮੀ, ਪੁੱਤ ਕਿਉਂ ਨਹੀਂ ਜੰਮਿਆ, ਇਹ ਸੁਣ ਮੈਂ ਪੱਥਰ ਬਣ ਗਈ ਸੀ। ਪਰ ਜਿਉਂਦੇ ਰਹਿਣ ਕਿਸਾਨ ਭਰਾ ਜਿਨ੍ਹਾਂ ਨੇ ਸਾਡੀ ਹੋਂਦ ਨੂੰ ਜਗਾ ਦਿੱਤਾ। ਹੁਣ ਮੈਂ ਆਪਣੀ ਧੀ ਨੂੰ ਪੜ੍ਹਾਉਂਗੀ ਵੀ ਤੇ ਇੱਜ਼ਤ ਨਾਲ ਜਿਉਣਾ ਵੀ ਸਿਖਾਉਂਗੀ। ਮੇਰੀ ਮਾਂ ਨੇ ਮੇਰਾ ਨਾਂ ਰੌਸ਼ਨੀ ਰੱਖਿਆ ਸੀ, ਤੁਸੀਂ ਰੌਸ਼ਨੀ ਤੋਂ ਮੈਨੂੰ ਸੀਤੋ ਬਣਾ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਹੁਣ ਆਪਣੀ ਰੌਸ਼ਨੀ ਦਿਖਾ ਕੇ ਹੀ ਰਹਾਂਗੀ। ਉਹ ਪਰਨੇ ਦਾ ਮੰਡਾਸਾ ਮਾਰ ਚੱਕਵੇਂ ਪੈਰੀ ਅੱਡੇ ਵੱਲ ਹੋ ਗਈ। ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਸਾਹਿਬ। ਇਹਨਾਂ ਦੇ ਬਾਅਦ ਵਿਵੇਕ ਹੋਰਾਂ ਤੋਂ ਬਾਅਦ ਸਰਦਾਰ ਖੁੱਲਰ ਜੀ ਆਪਣੀ ਮਿੰਨੀ ਕਹਾਣੀ ਲੈ ਕੇ ਆਉਣਗੇ। ਉਹਨਾਂ ਤੋਂ ਬਾਅਦ ਪ੍ਰੋਫੈਸਰ ਗੁਰਦੀਪ ਸਿੰਘ ਡੋਗਰਾ ਨੂੰ ਅਸੀਂ ਸੁਣਾਂਗੇ ਹਿੰਦੀ ਲੋਕ ਕਥਾਵਾਂ ਦੀ ਰਚਨਾ ਬਾਰੇ। ਮੇਰੀ ਕਹਾਣੀ ਹੈ ਦਬਕਾ। ਜੇ ਤੂੰ ਦੀਪੋ ਦਾ ਨਾਮ ਨਾ ਲੈਂਦੀ, ਸ਼ਾਇਦ ਭਾਈ ਸਮਾਨ ਦੀ ਮੋੜ ਮੜਾਈ ਕਰਦਾ ਹੀ ਨਾ। ਬੱਸ 'ਚ ਬਹਿੰਦੇ ਸੀਤੋ ਨੇ ਦੁਕਾਨ ਤੇ ਸਮਾਨ ਮੋੜਨ ਵੇਲੇ ਦੀ ਬਹਿਸਬਾਜ਼ੀ ਦੀ ਗੱਲ ਆਪਣੇ ਨਾਲ ਆਈ ਗੁਆਂਢਣ ਬਚਨੋਂ ਨਾਲ ਤੋੜ ਲਈ। ਆਹੋ ਨਹੀਂ, ਉਹ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਸੀ। ਪਹਿਲਾਂ ਤਾਂ ਕਹਿੰਦਾ ਸਾਥੇ ਤੋਂ ਗਈ ਨਹੀਂ। ਜਦੋਂ ਉਸਨੂੰ ਯਾਦ ਕਰਵਾਇਆ ਬਈ ਤੇਰੇ ਕੋਲੋਂ ਇੱਕ ਹੀ ਪੀਸ ਸੀ, ਦੂਜਾ ਪੀਸ ਤੂੰ ਪਾਸਿਓਂ ਦੁਕਾਨ ਤੋਂ ਫੜ ਕੇ ਲਿਆਂਦਾ ਸੀ, ਤੈਨੂੰ ਇੰਨੇ ਪੈਸੇ ਦਿੱਤੇ ਸਨ। ਇੱਕ ਹੋਰ ਜਾਣੂ ਗਾਹਕ ਬਾਰੇ ਦੱਸਿਆ ਕਿ ਨੇਕ ਮਾਸਟਰ ਦਾ ਮੁੰਡਾ ਵੀ ਇੱਥੇ ਖੜਾ ਸੀ। ਤਦ ਉਹਨੂੰ ਯਾਦ ਆਇਆ। ਫਿਰ ਕਹਿਣ ਲੱਗਾ ਦਿਨ ਬਹੁਤ ਹੋ ਗਏ ਆ, ਹੁਣ ਨਹੀਂ ਇਹ ਸਮਾਨ ਵਾਪਸ ਹੋਣਾ। ਫਿਰ ਮੈਂ ਇਹ ਵੀ ਯਾਦ ਕਰਵਾਇਆ ਕਿ ਬਾਹਲੇ ਦਿਨ ਨਹੀਂ ਹੋਏ, ਅਜੇ ਪਰਸੋਂ ਦੀ ਗੱਲ ਹੈ। ਜਦੋਂ ਸੈੱਟ ਘਰ ਬਹੂ ਨੂੰ ਵਿਖਾਇਆ ਤਾਂ ਉਹ ਕਹਿੰਦੀ ਇਹ ਤਾਂ ਮਾਡਲ ਪੁਰਾਣਾ ਹੈ, ਅਸੀਂ ਤਾਂ ਉਦੋਂ ਹੀ ਵਾਪਸ ਲੈ ਆਏ ਹਾਂ। ਦੁਕਾਨ ਵਾਲਾ ਤਾਂ ਭੈਣੇ ਕਿਸੇ ਗੱਲ ਤੇ ਹੀ ਨਾ ਆਵੇ। ਫਿਰ ਜਦੋਂ ਕਿਹਾ ਸਾਡਾ ਮੁੰਡਾ ਅਵਾਰਾ ਹੈ, ਮੁੰਡਿਆਂ ਨਾਲ ਮੋਟਰਸਾਈਕਲ ਤੇ ਫਿਰਦਾ ਰਹਿੰਦਾ, ਲੜਾਈ ਝਗੜਾ ਉਹਦਾ ਨਿੱਤ ਦਾ ਕੰਮ ਆ। ਜੇ ਮੈਂ ਜਾ ਕੇ ਉਹਨੂੰ ਕਹਿਤਾ ਬਾਈ ਫਲਾਨਾ ਦੁਕਾਨਦਾਰ ਸਮਾਨ ਨਹੀਂ ਮੋੜਦਾ, ਉਹਨੇ ਮੰਡੀ ਨੂੰ ਲੈ ਕੇ ਆ ਜਾਣਾ। ਜੇ ਤੇਰੇ ਨਾਲ ਧੋ ਧੱਫਾ ਹੋ ਗਿਆ ਫਿਰ ਗੁੱਸਾ ਨਾ ਕਰੀ, ਤੁਸੀਂ ਦੁਕਾਨਦਾਰ ਬੰਦੇ ਹੋ, ਲੜਾਈ ਝਗੜਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਬਚਨੋਂ ਨੇ ਸੀਤੋ ਨੂੰ ਮੁੜ ਤੋਂ ਸਾਰੀ ਕਹਾਣੀ ਸੁਣਾ ਦਿੱਤੀ। ਫਿਰ ਭਾਈ ਨੇ ਜਰਾ ਸਮਾਨ ਮੋੜ ਲਿਆ, ਪੈਸੇ ਵੀ ਦੇਤੇ। ਬਚਨੀ ਆਪਣੇ ਮੁੰਡੇ ਭਿੰਦੇ ਦਾ ਨਾਮ ਵਰਤ ਕੇ ਆਪਣਾ ਦਾਅ ਚਲਾ ਗਈ ਸੀ। ਭੈਣ ਗੱਲ ਠੀਕ ਹੈ, ਦੀਪੇ ਦਾ ਨਾਂ ਸੁਣ ਕੇ ਹੀ ਦੁਕਾਨਦਾਰ ਸਿੱਧਾ ਹੋਇਆ, ਨਹੀਂ ਤਾਂ ਉਹ ਤਾਂ ਕਿਸੇ ਗੱਲ ਤੇ ਆਉਂਦਾ ਹੀ ਨਹੀਂ ਸੀ। ਸੀਤੋ ਨੇ ਅੱਖੀਂ ਵੇਖਿਆ ਹਾਲ ਮੁੜ ਦਰਾ ਦਿੱਤਾ। ਨਹੀਂ ਸੀਤੋ, ਅਸੀਂ ਤਾਂ ਚਾਹੁੰਦੇ ਹਾਂ ਦੀਪਾ ਸਿੱਧੇ ਰਾਹ ਤੁਰੇ, ਨਸ਼ਾ ਕਰਦਾ ਵਾਰਾ ਫਿਰਦਾ, 5-7 ਮੁੰਡਿਆਂ ਦਾ ਟੋਲਾ ਬਣਾ ਪਿੰਡ ਪਿੰਡ ਸ਼ਹਿਰ ਘੁੰਮਦੇ ਰਹਿੰਦੇ ਆ। ਅੰਦਰੋਂ ਤਾਂ ਅਸੀਂ ਦੁਖੀ ਹਾਂ, ਪਰ ਫਿਰ ਵੀ ਉਹਦਾ ਡਰਾਵਾ ਕਦੇ ਕਦੇ ਸਾਡੇ ਕੰਮ ਆ ਜਾਂਦਾ। ਬਚਨੀ ਨੇ ਸਿਰ ਦੀ ਚੁੰਨੀ ਠੀਕ ਕੀਤੀ। ਇੰਨੇ ਨੂੰ ਮਿੰਨੀ ਬੱਸ ਕਨੈਕਟਰ ਦੇ ਬੱਸ ਤੋਰਨ ਲਈ ਸੀਟੀ ਮਾਰ ਦਿੱਤੀ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਵਿਵੇਕ ਜੀ। ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਸਤਪਾਲ ਖੁੱਲਰ ਜੀ ਨੂੰ ਕਿ ਉਹ ਆਪਣੀ ਮਿੰਨੀ ਕਹਾਣੀ ਲੈ ਕੇ ਆਉਣਗੇ। ਉਸ ਤੋਂ ਬਾਅਦ ਆਪਣੇ ਨੱਕ ਦੇ ਜੋ ਵਿਦਵਾਨ ਆਲੋਚਕ ਨੇ ਉਹਨਾਂ ਨੂੰ ਸੁਣਨਾ ਹੈ। ਸਤਪਾਲ ਖੁੱਲਰ ਜੀ। ਮੇਰੀ ਮਿੰਨੀ ਕਹਾਣੀ ਦਾ ਨਾਮ ਹੈ ਸ਼ਿਸ਼। ਸਤਬੀਰ ਦੀ ਮਾਂ ਤਾਂ ਬਹੁਤ ਪਹਿਲਾਂ ਹੀ ਗੁਜ਼ਰ ਗਈ ਸੀ। ਉਸ ਨੂੰ ਪਛਤਾਵਾ ਸੀ, ਦੁੱਖ ਸੀ ਕਿ ਉਹ ਉਸ ਦੀ ਸੇਵਾ ਨਹੀਂ ਕਰ ਸਕਿਆ, ਪਰ ਉਸਨੇ ਹੁਣ ਮਨ ਵਿੱਚ ਪੱਕੀ ਧਾਰ ਲਈ ਸੀ ਕਿ ਉਹ ਆਪਣੇ ਪਿਤਾ ਦੀ ਸੇਵਾ ਜ਼ਰੂਰ ਕਰੇਗਾ। ਉਹ ਬਕਾਇਦਾ ਮਾਂ ਦੇ ਗੁਜ਼ਰਨ ਤੋਂ ਬਾਅਦ ਪਿਤਾ ਦੀ ਸੇਵਾ ਕਰਦਾ ਰਿਹਾ। ਸਵੇਰੇ ਉਹ ਉੱਠਦਾ, ਪਿਤਾ ਜੀ ਨੂੰ ਨਹਾਉਣ ਲਈ ਬਾਲਟੀ ਭਰ ਦਿੰਦਾ, ਟਿੰਡੇ ਦੇ ਸਾਬਣ ਮਲਦਾ, ਨਹਾਉਂਦਾ, ਹਰ ਰੋਜ਼ ਸਾਫ਼ ਕੱਪੜੇ ਪਹਿਨਣ ਲਈ ਦਿੰਦਾ। ਉਸ ਦੀ ਪਤਨੀ ਸਾਕਸ਼ੀ ਇਸ ਕੰਮ ਵਿੱਚ ਉਸ ਦੀ ਸਹਾਇਤਾ ਕਰਦੀ। ਇੱਕ ਦਿਨ ਸ਼ਾਮ ਨੂੰ ਉਹ ਪਿਤਾ ਜੀ ਦੀਆਂ ਲੱਤਾਂ ਘੁੱਟ ਰਿਹਾ ਹੈ ਤਾਂ ਗੱਲਾਂ ਕਰਦਿਆਂ
ਪਿਤਾ ਜੀ ਨੇ ਕਿਹਾ, ਤੇਰੇ ਸਾਰੇ ਭੈਣ ਭਰਾਵਾਂ ਨੇ ਨਾਮਦਾਨ ਲੈ ਲਿਆ ਹੈ, ਸਾਰੇ ਗੁਰੂ ਵਾਲੇ ਹੋ ਗਏ ਹਨ, ਤੂੰ ਵੀ ਗੁਰੂ ਧਾਰ ਲੈ, ਨਾਮਦਾਨ ਲੈ ਲੈ। ਜੇ ਮੈਂ ਗੁਰੂ ਧਾਰ ਲਿਆ ਤਾਂ ਤੁਹਾਡੀ ਸੇਵਾ ਕੌਣ ਕਰੇਗਾ ਪਿਤਾ ਜੀ? ਉਹ ਤਾਂ ਦੂਜੇ ਤੀਜੇ ਦਿਨ ਕਿਤੇ ਨਾ ਕਿਤੇ ਤੁਰੇ ਹੀ ਰਹਿੰਦੇ ਹਨ, ਕਦੇ ਮੱਸਿਆ, ਕਦੇ ਪੁੰਨਿਆ ਤੇ ਕਦੇ। ਪਤਨੀ ਦੀ ਆਵਾਜ਼ ਸੁਣ ਕੇ ਉਸ ਦੀ ਸੋਚਾਂ ਦੀ ਲੜੀ ਟੁੱਟੀ। ਉਹ ਕਮਰੇ ਵਿੱਚ ਬੈਠਾ ਪਿਤਾ ਜੀ ਬਾਰੇ ਸੋਚ ਰਿਹਾ ਸੀ। ਉੱਠੋ, ਰੋਟੀ ਖਾ ਲਵੋ। ਉਸ ਦੀ ਪਤਨੀ ਸਾਕਸ਼ੀ ਨੇ ਕਿਹਾ। ਉਹ ਰੋਟੀ ਖਾਣ ਤੋਂ ਮਗਰੋਂ ਘਰ ਵਿੱਚ ਚਲਦੀ ਦੁਕਾਨ ਤੇ ਜਾ ਬੈਠਾ। ਉਸ ਨੂੰ ਅੱਜ ਪਤਾ ਨਹੀਂ ਕਿਉਂ ਰਹਿ ਰਹਿ ਕੇ ਪਿਤਾ ਜੀ ਯਾਦ ਆ ਰਹੇ ਸਨ। ਕੀ ਸੋਚਿਆ ਫਿਰ? ਪਿਤਾ ਜੀ ਨੇ ਕਿਹਾ, ਕਿਸ ਬਾਰੇ? ਉਹੀ ਗੁਰੂ ਧਾਰਨ ਬਾਰੇ। ਪਿਤਾ ਜੀ ਨੇ ਉਸ ਨੂੰ ਕਿਹਾ। ਉਹ ਕੋਲ ਬੈਠ ਗਿਆ, ਪਿਤਾ ਜੀ ਦਾ ਸਿਰ ਦਬਾਉਣ ਲੱਗਾ, ਹੌਲੀ ਹੌਲੀ ਗੱਲਾਂ ਕਰਨ ਲੱਗਾ। ਬਥੇਰਾ ਸਮਾਂ ਪਿਆ ਪਿਤਾ ਜੀ, ਧਾਰ ਲਵਾਂਗਾ। ਉਸਨੇ ਗੱਲ ਆਈ ਗਈ ਕਰ ਦਿੱਤੀ। ਉਸ ਨੂੰ ਇੱਕ ਇੱਕ ਸ਼ਾਮ ਯਾਦ ਆ ਰਹੀ ਹੈ। ਮੀਂਹ ਪੈ ਕੇ ਹਟਿਆ ਹੈ, ਮੌਸਮ ਖੁਸ਼ਗਵਾਰ ਹੋ ਗਿਆ ਹੈ। ਰੋਟੀ ਖਾਣ ਤੋਂ ਬਾਅਦ ਉਹ ਦੁੱਧ ਦਾ ਗਲਾਸ ਲੈ ਕੇ ਪਿਤਾ ਜੀ ਦੇ ਕਮਰੇ ਵਿੱਚ ਗਿਆ ਹੈ। ਪਿਤਾ ਜੀ ਹੌਲੀ ਹੌਲੀ ਦੁੱਧ ਪੀ ਰਹੇ ਹਨ। ਧਾਰ ਲੈ ਗੁਰੂ, ਮੈਂ ਅੱਖੀਂ ਵੇਖ ਜਾਵਾਂ। ਪਿਤਾ ਜੀ, ਗੁੱਸਾ ਨਾ ਕਰਿਓ, ਕੁਝ ਕਹਾਂ ਤਾਂ। ਨਹੀਂ ਨਹੀਂ, ਗੁੱਸਾ ਕਾਹਦਾ? ਕਹਿ ਗੱਲ ਜੋ ਕਹਿਣੀ ਹੈ। ਮਾਪਿਆਂ ਦੇ ਹੁੰਦਿਆਂ ਗੁਰੂ ਧਾਰਨ ਦੀ ਕੀ ਲੋੜ? ਤੁਸੀਂ ਆਪ ਹੀ ਤਾਂ ਕਹਿੰਦੇ ਹੁੰਦੇ ਹੋ ਕਿ ਅੱਜ ਮੈਨੂੰ ਕਿਸੇ ਹੋਰ ਦੇ ਲੜ ਲਾ ਰਹੇ ਹੋ। ਇਸ ਵਾਰ ਪਿਤਾ ਜੀ ਨੂੰ ਕੋਈ ਗੱਲ ਨਾ ਔੜੀ। ਰਾਤ ਕਾਫੀ ਹੋ ਗਈ ਹੈ, ਆ ਜਾਓ, ਤੁਸੀਂ ਵੀ ਥੱਕੇ ਹੋਏ ਹੋ। ਪਤਨੀ ਦੀ ਆਵਾਜ਼ ਸੁਣ ਕੇ ਉਹ ਉੱਠਿਆ। ਸੌਣ ਵੇਲੇ ਉਸ ਦੇ ਅੱਗੇ ਪਿਤਾ ਮਾਤਾ ਦੀਆਂ ਗੱਲਾਂ ਫਿਲਮੀ ਰੀਲ ਵਾਂਗ ਚੱਲਣ ਲੱਗੀਆਂ। ਉਸ ਦੀ ਅੱਖ ਲੱਗ ਗਈ। ਉਹ ਪਿਤਾ ਜੀ ਦੀ ਮੰਜੀ ਤੇ ਬੈਠਾ ਹੈ, ਉਸ ਦੀਆਂ ਲੱਤਾਂ ਦਬਾ ਰਿਹਾ ਹੈ। ਕਦੀ ਸਿਰ ਘੁੱਟਦਾ ਹੈ, ਕਦੀ ਮੋਢੇ। ਸ਼ਾਹ ਬਿਨਾ ਪਤ ਨਹੀਂ ਤੇ ਗੁਰੂ ਬਿਨਾ ਗਤ ਨਹੀਂ। ਮੈਂ ਇਹ ਵੀ ਤਾਂ ਤੈਨੂੰ ਕਿਹਾ ਸੀ ਨਾ। ਪਿਤਾ ਜੀ ਨੇ ਗੱਲ ਸੰਭਾਲਦਿਆਂ ਕਿਹਾ। ਠੀਕ ਹੈ ਬਾਪੂ, ਅੱਜ ਤੋਂ ਮੈਂ ਗੁਰੂ ਧਾਰ ਲਿਆ। ਹੈਂ? ਕੌਣ? ਕਿੱਥੇ ਰਹਿੰਦਾ? ਬਸ ਇੱਥੇ ਹੀ। ਇੱਥੇ ਕਿੱਥੇ? ਪਿਤਾ ਜੀ, ਤੁਸੀਂ ਹੀ ਮੇਰੇ ਗੁਰੂ ਹੋ ਤੇ ਮੇਰੇ ਪਿੱਛੋਂ। ਉਸਨੇ ਬਾਪੂ ਦੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਕਿਹਾ, ਇੰਝ ਨਾ ਕਹੋ। ਤੁਹਾਡਾ ਹੱਥ ਸਦਾ ਮੇਰੇ ਸਿਰ ਤੇ ਬਣਿਆ ਰਹਿਣਾ ਚਾਹੀਦਾ ਹੈ। ਇੱਕਦਮ ਉਸ ਨੂੰ ਆਪਣਾ ਸਾਹ ਘੁੱਟਦਾ ਮਹਿਸੂਸ ਹੋਇਆ। ਤਰੇੜੀ ਆਈ ਤੇ ਉਸ ਦੀ ਜਾਗ ਖੁੱਲ ਗਈ। ਉਹ ਉੱਠ ਕੇ ਬੈਠ ਗਿਆ। ਸਾਹਮਣੇ ਪਿਤਾ ਜੀ ਦੀ ਫੁੱਲਾਂ ਦੇ ਹਾਰ ਵਾਲੀ ਫੋਟੋ ਵੇਖ ਕੇ ਉਸ ਦੇ ਹੱਥ ਜੁੜ ਗਏ, ਸਿਰ ਝੁਕ ਗਿਆ। ਹਾਂਜੀ, ਸ਼ੁਕਰੀਆ ਅਕਬਰ ਜੀ।